एक चिट्ठी का रौला पै रहा उन एकता थोड़ी भंग होई जावदी है, की मसला है? तुहानू पता चिट्ठी लिखी सी किसी को? मैं बेनती करा कि इस चीज़ नूं आपां ना मतलब बहुता लैके चलीए, क्योंकि एकता वास्ते गल्लां मतलब बचाउणियां जरूरी ने। सवाल असी भारती सरकार नूं करदे हां, ਉਹ ਕਹਿੰਦੀ भी नहीं ये तो किसानां दा मीडिया है। ਅਸੀਂ ਤੁਹਾਨੂੰ ਕਰਾਂਗੇ, ਤੁਸੀਂ ਵੀ ਜਵਾਬ ਨਹੀਂ ਦੋਗੇ, ਜਵਾਬ ਦੇਗਾ ਕੌਣ? ਪੁੱਛ ਲਓ, ਬਾਕੀ ਹੋਰ ਵੀ ਲੀਡਰ ਸਾਹਿਬਾਨ ਹੈਗੇ ਨੇ, ਸਾਰਿਆਂ ਤੋਂ ਪੁੱਛ ਲਓ, ਹੌਲੀ ਹੌਲੀ ਤੁਹਾਨੂੰ ਦੱਸ ਦੇਣਗੇ ਜਿਹਨੇ ਚਿੱਠੀ। 4 ਤਰੀਕ ਵਾਲੀ ਮੀਟਿੰਗ ਦੇ ਵਿੱਚ ਤੁਹਾਡੇ ਨਾਲ ਕੁਝ ਅਦਰ ਸਟੇਟ ਦੇ ਲੀਡਰ ਸੀਗੇ, ਤੁਹਾਨੂੰ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਵੀ ਕੁਝ ਬਾਹਰ ਆਪਸ ਦੇ ਵਿੱਚ ਤੁਹਾਨੂੰ ਪਤਾ ਖਿੱਚੋਤਾਣ ਹੋਈ ਔਰ ਉੱਥੇ ਕਿਹਾ ਜਾ ਰਿਹਾ ਸੀ ਵੀ MSP ਦੀ ਮੰਗ ਐਡੀ ਅਹਿਮ ਨਹੀਂ ਮੰਨੀ ਜਾ ਰਹੀ, ਤਾਂ ਤੁਸੀਂ ਕਿਹਾ ਸੀ ਵੀ ਅਸੀਂ ਬਾਹਰ ਖਲੋਤੇ ਹਾਂ, ਅਦਰ ਸਟੇਟ ਦੀ ਜਿਹੜੀ ਇੱਜ਼ਤ ਕੀਤੀ ਜਾਵੇ ਔਰ ਉਹਨਾਂ ਦੀ ਮੰਗ ਤੇ MSP ਦੀ ਬੜੀ ਅਹਿਮ ਹੈਗੀ ਆ। ਤਾਂ ਕੀ ਜਾਪਦਾ ਉਹ ਲੀਡਰ MSP ਨੂੰ ਪਿੱਛੇ ਕਿਉਂ ਛੱਡ ਰਹੇ ਸੀ, ਅਣਜਾਣੇ ਦੇ ਵਿੱਚ, ਜਾਂ ਉਹਨਾਂ ਨੂੰ ਪਿੰਡ ਜਾਣ ਦੀ ਕਾਹਲੀ ਹੈ? ਸਾਰੇ ਬੰਦਿਆਂ ਨੂੰ MSP ਦੇ ਮੈਟਰ ਦਾ ਹੀ ਨਹੀਂ ਪਤਾ। ਕੁਝ ਲੋਕਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਜੇਕਰ MSP ਮਿਲ ਗਈ ਪੂਰੇ ਦੇਸ਼ ਨੂੰ ਤਾਂ ਪੰਜਾਬ ਦਾ ਕੋਟਾ ਘਟ ਜਾਏਗਾ। ਤੋ ਹੈ ਜਿਹੜਾ ਇਹਨੂੰ ਪੇਸ਼ ਇਸ ਤਰ੍ਹਾਂ ਕੀਤਾ ਗਿਆ ਕਿ ਸ਼ਾਇਦ ਇਹ ਇਕੱਲੇ ਪੰਜਾਬ ਨੂੰ ਤਾਂ ਇਕੱਲੇ ਕਾਲੇ ਕਾਨੂੰਨਾਂ ਦੀ ਲੜਾਈ ਸੀ, ਤਾਂ ਸਾਨੂੰ ਪੰਜਾਬ ਨੂੰ MSP ਦੀ ਲੋੜ ਨਹੀਂ ਸੀ। ਉਹ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਜਿਹੜੀਆਂ ਉਹ ਆਹਤ ਹੋਈਆਂ ਨੇ, ਜਿਹੜਾ ਉਹਨਾਂ ਦੇ ਮਨ ਨੂੰ ਇੱਕ ਸੱਟ ਲੱਗੀ ਵੀ ਸ਼ਾਇਦ ਪੰਜਾਬੀ ਛੱਡ ਕੇ ਭੱਜਣ ਲੱਗੇ ਨੇ, ਉਹ ਇੱਕ ਤਰ੍ਹਾਂ ਦਾ ਮਤਲਬ ਸਾਡੇ ਪੰਜਾਬ ਲਈ ਇੱਕ ਵੱਡਾ ਧੱਕਾ ਸੀਗਾ। ਉਹਨੂੰ ਅਸੀਂ ਪੰਜਾਬੀਆਂ ਨੇ ਮੁੜ ਦੁਬਾਰਾ ਮਤਲਬ ਬਹਾਲ ਰੱਖਿਆ ਆਪਦੀ ਉਸ ਏਕਤਾ ਨੂੰ, ਔਰ ਉਹ ਜਿਹੜਾ ਸਾਡਾ SKM ਫਿਰ ਮਤਲਬ ਕਾਇਮ ਖੜਾ ਹੈ। ਤੇ ਨਾਲ ਸਿਆਸੀ ਚਰਚਾ ਵੀ ਚੱਲ ਪਈ ਹੈਗੀ ਆ, ਕੋਈ ਆਂਦਾ ਵੀ ਫਲਾਣੇ ਲੀਡਰ ਨੇ CM ਬਣ ਜਾਣਾ, ਕੋਈ ਆਂਦਾ ਉਹਨੇ ਆਪ ਚਲੇ ਜਾਣਾ, ਅਕਾਲੀਆਂ ਚਲੇ ਜਾਣਾ। ਤੁਹਾਡੀ ਵੀ ਕੋਈ ਰਾਏ ਹੈਗੀ ਹੈ? ਤੁਹਾਡੇ ਨਾਲ ਬਹੁਤ ਲੱਖਾਂ ਦੀ ਗਿਣਤੀ 'ਚ ਕਿਸਾਨ ਜੁੜੇ ਹੋਏ। ਦੇਖੋ, ਸਾਡਾ ਇੱਕ ਵਿਸ਼ੇਸ਼ਤਾ ਇਹ ਹੈ ਕਿ ਸਾਡਾ ਸੰਗਠਨ ਬਿਲਕੁਲ ਨਾਨ ਪੋਲੀਟੀਕਲ ਹੈ, ਅਸੀਂ ਰਾਜਨੀਤੀ ਤੋਂ ਬਹੁਤ ਦੂਰ ਹਾਂ। ਤਾਂ ਕੱਲ ਨੂੰ ਕਿਤੇ ਤੁਹਾਡੇ ਬੰਦੇ ਜਾਂ ਕਿਉਂਕਿ ਜਿੱਦਾਂ ਹੀ ਸੁਣ ਰਹੇ ਆ ਕਹਿੰਦੇ ਵੀ ਉਹਨਾਂ ਨੂੰ ਫਲਾਣੇ ਨੂੰ ਉਹ ਆਪ ਵਾਲੇ CM ਬਣਾਉਣ ਨੂੰ ਫਿਰਦੇ ਆ, ਤਾਂ ਕੀ ਜੇ ਇਹ 32 ਪੰਜਾਬ ਦੇ ਜਿਹੜੇ 32 ਤੁਹਾਡੇ ਵਰਗੇ ਆ, ਚਲੋ ਬੇਸ਼ੱਕ ਤੁਸੀਂ ਤੁਹਾਡੇ ਨਾਲ ਵੱਧ ਹੋਣ ਲੋਕ ਜਾਂ ਘੱਟ ਹੋਣ, ਪਰ ਉਹਨਾਂ ਨਾਲ ਵੀ ਲੋਕ ਜੁੜੇ ਆ ਤੇ ਤੁਸੀਂ ਹੁਣ ਸਾਰੇ ਇੱਕ ਹੋ ਗਏ ਹੋ, ਜੇ ਉਹਨਾਂ 'ਚੋਂ ਕੋਈ ਸਿਆਸਤ ਜਾਂਦਾ ਤਾਂ ਕਿੱਡੀ ਕੁ ਸ਼ਾਬਾਸ਼ੀ ਵਾਲੀ ਗੱਲ ਆ। ਔਰ ਜੇ ਇਹ ਗੱਲ ਕਹਿ ਕੇ ਆਏ ਸਿਆਸੀ ਲੋਕਾਂ ਨੂੰ ਸਟੇਜ ਤੇ ਨਹੀਂ ਚੜਾਉਣਾ, ਜੇ ਆਪ ਇਹਨਾਂ 'ਚ ਜਾ ਕੇ ਅੱਧੇ ਕਾਲੇ ਹੁਣ ਵੀ ਛੇਤੀ ਜਾ ਕੇ ਚੋਣਾਂ ਲੜੀਏ, ਤੇ ਫਿਰ ਇਹਨਾਂ ਤੋਂ ਵੱਡਾ ਵਿਸ਼ਵਾਸਘਾਤ ਕਿਹਨੇ ਕੀਤਾ? ਸਾਨੂੰ ਕੋਈ ਇਤਰਾਜ਼ ਨਹੀਂ ਹੈ, SKM ਚੋਂ ਬਾਹਰ ਜਾ ਕੇ ਜੋ ਵੀ ਲੀਡਰ ਲੜਨਾ ਚਾਹੁੰਦਾ ਇਲੈਕਸ਼ਨ ਲੜ ਲੇ। ਕਿੱਧਰ ਬੋਰਡ ਲੱਗਿਆ ਹੋਇਆ ਉਧਰ ਨੂੰ ਕੈਮਰਾ ਘੁਮਾ ਦਿਓ। ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਔਰ ਥੱਲੇ ਤਸਵੀਰ ਇਹਨਾਂ ਦੇ ਜਿਹੜਾ ਕਿ ਪਾਰਟੀ ਪ੍ਰਧਾਨ ਜਿਹੜੇ ਸਵਰਗਵਾਸ ਨੇ ਪਿਸ਼ੌਰਾ ਸਿੰਘ ਜੀ, ਉਹਨਾਂ ਦੀ ਵੀ ਲੱਗੀ ਹੋਈ ਆ। ਤਾਂ ਮੈਨੂੰ ਠੀਕ ਹੈ ਲੱਗਦੀ ਵੀ ਗੱਲ ਇਹਨਾਂ ਨੇ ਕਹੀ ਆ ਤਾਂ ਇਹਨਾਂ 'ਤੇ ਖੜੋਣਗੇ ਵੀ, ਪਰ ਇਹ ਵੀ ਨਾਲ ਜਿੱਦਾਂ ਹੁਣ ਚੱਲ ਰਹੀ ਆ ਗੱਲਬਾਤ, 32 ਪੰਜਾਬ ਦੇ ਲੀਡਰ, ਉਹ 32 ਦੇ ਵਿੱਚੋਂ ਲਗਭਗ 15 ਜਿਹੜੇ ਆ ਉਹ MP MLA ਦੀ ਵਾਲੀ ਜਿਹੜੀ ਫੀਲਿੰਗ ਹੈਗੀ ਆ ਉਹ ਚੱਕੀ ਫਿਰਦੇ ਆ। ਇਹ ਕਹਿੰਦੇ ਵੀ ਸਾਡੀ ਪਾਰਟੀ ਦਾ ਸਪਸ਼ਟ ਆ ਭਾਈ, ਅਸੀਂ ਮੰਗ ਪੱਤਰ ਦਿੰਦੇ ਰਹੇ ਹਾਂ, ਜੇ ਇਹਨਾਂ 'ਚੋਂ ਕੋਈ ਲੜ ਕੇ ਜਿੱਤ ਜੂਗਾ ਹਾਰ ਜੂਗਾ, ਮੁੜ ਕੇ ਇਹਨਾਂ ਨੂੰ ਕਿਹੜੇ ਮੂੰਹ ਨਾਲ ਜਾਇਆ ਕਰਾਂਗੇ, ਔਰ ਉਹ ਕਿਹੜੇ ਮੂੰਹ ਨਾਲ ਕਹਿਣਗੇ ਵੀ ਅੱਛਾ ਆਹ ਫਲਾਣੀ ਪਾਰਟੀ ਜਿੱਤ ਕੇ ਇੱਥੇ ਬੈਠੀ ਹੈ ਤਾਂ ਇਹ ਆ ਗਏ। ਅਸੀਂ ਇਸ ਵਕਤ ਦਿੱਲੀ ਕਿਸਾਨ ਸੰਘਰਸ਼ ਦੇ ਵਿੱਚ ਡਟੇ ਹੋਏ ਹਾਂ। ਕਿਸਾਨ ਸੰਘਰਸ਼ ਹੁਣ ਇੱਕ ਅਜਿਹੇ ਮੋੜ ਦੇ ਉੱਤੇ ਖਲੋਤਾ ਜਦੋਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਤੇ ਅਫਵਾਹਾਂ ਜਿਹੜੀਆਂ ਹੈਗੀਆਂ ਉਹ ਆਸੇ-ਪਾਸੇ ਗੁਜ਼ਰ ਰਹੀਆਂ, ਪਰ ਕੁਝ ਅਜਿਹੀਆਂ ਗੱਲਾਂ ਵੀ ਜਿਹੜਾ ਉਹ ਮੀਡੀਆ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਚਰਚਾ 'ਚ ਨੇ, ਜਿਹੜੀਆਂ ਸਾਡੇ ਗਲੇ ਤੋਂ ਥੱਲੇ ਨਹੀਂ ਜਾ ਰਹੀਆਂ ਵੀ ਐਂ ਕਿਵੇਂ ਹੋ ਸਕਦਾ। ਸਾਡੇ ਨਾਲ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮੌਜੂਦ ਆ, ਅਸੀਂ ਕੁਝ ਸਮਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਡੱਲੇਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਇਹੋ ਆ ਜੀ, 4 ਤਰੀਕ ਨੂੰ ਤੁਸੀਂ ਜਿਹੜਾ ਹੈਗਾ ਇੱਕ ਮੀਟਿੰਗ ਕੀਤੀ ਤੇ 5 ਮੈਂਬਰੀ ਕਮੇਟੀ ਬਣਾਈ ਸੀ ਵੀ 7 ਨੂੰ ਅਸੀਂ ਫਿਰ ਮੀਟਿੰਗ ਕਰਾਂਗੇ, ਔਰ ਅੰਦਾਜ਼ਾ ਇਹ ਲਾਇਆ ਜਾ ਰਿਹਾ ਸੀ ਵੀ ਸ਼ਾਇਦ 7 ਤੋਂ ਪਹਿਲਾਂ ਸਰਕਾਰ ਤੁਹਾਨੂੰ ਇੱਕ ਮੀਟਿੰਗ ਦੇ ਵਾਸਤੇ ਜਾਂ MSP ਦੇ ਉੱਤੇ ਕੁਝ ਥੋੜ੍ਹਾ ਬਹੁਤਾ ਉਹ ਯਕੀਨ ਵਾਸਤੇ ਕੋਈ ਬਿਆਨਬਾਜ਼ੀ ਕਰ ਦੇਵੇਗੀ, ਪਰ ਹੋਇਆ ਨਹੀਂ ਇਸ ਤਰ੍ਹਾਂ। ਤਾਂ ਅਗਲੀ ਤਿਆਰੀ ਕੀ ਹੈ? ਦੇਖੋ, ਅੱਜ ਮੀਟਿੰਗ ਹੋਈ ਹੈ, ਵਿਚਾਰ ਚਰਚਾ ਹੋਈ ਹੈ 9 ਮੈਂਬਰੀ ਕਮੇਟੀ ਦੀ। ਪਹਿਲਾਂ 5 ਮੈਂਬਰੀ ਦੀ ਵੀ ਹੋਈ ਹੈ, ਕਿਉਂਕਿ ਉਹਦੇ 'ਚੋਂ ਕੱਢਿਆ ਗਿਆ ਵੀ ਤੁਹਾਡੇ ਕੋਲ ਕੋਈ ਗੱਲ ਆਈ ਕਿ ਨਹੀਂ ਆਈ, ਲੇਕਿਨ ਜਿਹੜੀ ਸਾਡੀ ਉਹ 5 ਮੈਂਬਰੀ ਕਮੇਟੀ ਹੈ ਉਹਨਾਂ ਦੇ ਮੁਤਾਬਕ ਇਹ ਸੀ ਕਿ ਹਜੇ ਤੱਕ ਸਰਕਾਰ ਵੱਲੋਂ ਕਿਸੇ ਨੂੰ ਕੋਈ ਅਪਰੋਚ ਨਹੀਂ ਕੀਤਾ ਗਿਆ। ਅਗਰ ਸਰਕਾਰ ਵੱਲੋਂ ਅਪਰੋਚ ਨਹੀਂ ਕੀਤਾ ਗਿਆ ਤਾਂ ਫਿਰ ਇਹਦਾ ਮਤਲਬ ਅੱਜ 9 ਮੈਂਬਰੀ ਨੇ ਹੀ ਫੈਸਲਾ ਲਿਆ ਹੈ ਕਿ ਕੱਲ੍ਹ ਨੂੰ SKM ਦੀ ਮੀਟਿੰਗ ਹੋਣੀ ਹੈ, ਵੱਡੀ ਮੀਟਿੰਗ ਹੋਣੀ ਹੈ, ਉਸ ਮੀਟਿੰਗ ਦੇ ਵਿੱਚ ਪਾਸ ਕਰਾਵਾਂਗੇ ਕਿ ਅਸੀਂ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਅੱਗੇ ਤੋਰੀਏ। ਅਸੀਂ ਸਰਕਾਰ ਨੇ 3 ਕਾਨੂੰਨ ਰੱਦ ਕਰਤੇ, ਅਸੀਂ ਰਿਲੈਕਸ ਦੇਤੀ, ਅਸੀਂ ਢਿੱਲ ਦੇਤੀ ਕਿ ਵੀ ਚਲੋ ਸਰਕਾਰ ਜੇ ਸਾਡੀ ਗੱਲ ਨੂੰ ਮੰਗਾਂ ਮੰਨਣ ਵੱਲ ਨੂੰ ਵਧੀ ਹੈ ਤਾਂ ਅਸੀਂ ਵੀ ਸਾਨੂੰ ਵੀ ਇੱਕ ਕਦਮ ਮਤਲਬ ਪਿੱਛੇ ਰੁਕਣਾ ਚਾਹੀਦਾ। ਤੇ ਜੇ ਰੋਜ਼ ਅਸੀਂ ਮਤਲਬ ਕਹਿੰਦੇ ਵੀ ਅਸੀਂ ਪਾਰਲੀਮੈਂਟ ਜਾਵਾਂਗੇ ਹੀ, ਤਾਂ ਸਾਡਾ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਲੱਗਣਾ ਸੀਗਾ ਵੀ ਇਹ ਸਰਕਾਰ ਤਾਂ ਇਹਨਾਂ ਦੀ ਗੱਲਾਂ ਮੰਨ ਰਹੀ ਹੈ ਤੇ ਇਹ ਮਤਲਬ ਕਿਸਾਨ ਉਹਦੇ ਵਿੱਚ ਜਿੱਬਾ ਜਿੱਦ ਨੇ। ਹੁਣ ਲਗਾਤਾਰ ਸਰਕਾਰ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ, ਇਹ ਅੱਜ ਤੱਕ ਦਾ ਇਤਿਹਾਸ ਹੈ ਅੰਦੋਲਨਾਂ ਦਾ
ਕਿ ਜਦੋਂ ਵੀ ਅੰਦੋਲਨ ਹੁੰਦੇ ਨੇ ਕਿਸਾਨਾਂ ਦੇ ਉੱਤੇ ਪਏ ਮੁਕੱਦਮੇ ਪਰਚੇ ਸਾਰੇ ਅੰਦੋਲਨ ਜਿੱਤਣ ਤੋਂ ਬਾਅਦ ਉਹ ਸਰਕਾਰ ਵਾਪਸ ਲੈਂਦੀ ਹੁੰਦੀ ਹੈ ਜੀ। ਅੱਜ ਤੱਕ ਜੋ ਕੁਝ ਹੋਇਆ ਹੈ। ਨਾਲ ਇਹਦੀ ਅਗਲੀ ਗੱਲ ਇਹ ਹੈ ਕਿ ਜਦੋਂ ਮੋਦੀ ਜੀ ਨੇ ਮੰਨ ਲਿਆ ਕਿ ਅਸੀਂ ਦੇਸ਼ ਤੋਂ ਮਾਫੀ ਮੰਗਦੇ ਹਾਂ ਤਾਂ ਇਟ ਮੀਨਸ ਕਿ ਕਿਤੇ ਨਾ ਕਿਤੇ ਗਲਤੀ ਸੀ। ਜੇ ਉਹ ਗਲਤੀ ਸੀ ਤਾਂ ਲੋਕ ਇੱਥੇ ਇੰਨੇ ਆਏ। ਜੇ ਇੱਥੇ ਇੰਨੇ ਲੋਕ ਆਏ ਤਾਂ ਉਹਨਾਂ ਲੋਕਾਂ ਨੇ ਇੱਥੇ ਆ ਕੇ ਕੁਰਬਾਨੀਆਂ ਹੋਈਆਂ। 700 ਦੇ ਕਰੀਬ ਕਿਸਾਨ ਸਾਡੇ ਸ਼ਹੀਦ ਹੋ ਗਏ, 700 ਤੋਂ ਉੱਪਰ ਟੱਪ ਗਏ ਆ। ਤਾਂ ਜੇ ਇੰਨੇ ਕਿਸਾਨ ਸ਼ਹੀਦ ਹੋ ਗਏ ਨੇ ਤਾਂ ਉਹਨਾਂ ਕਿਸਾਨਾਂ ਨੂੰ ਕੰਪਨਸੇਟ ਕਰਨਾ, ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣੀ, ਬੱਚਿਆਂ ਨੂੰ ਨੌਕਰੀ ਦੇਣੀ, ਇਹ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਹੈ। ਔਰ ਇਹ ਤੇ ਕੋਈ ਮਤਲਬ ਨਵੀਂ ਮੰਗ ਨਹੀਂ ਹੈ, ਇਹ ਦੁਨਿਆਵੀ ਮੰਗ ਹੈ, ਚਲਦੀ ਆਈ ਹੈ। ਜਿਹੜੇ ਸਾਡੇ ਅੰਦੋਲਨ ਦਾ ਹਿੱਸਾ ਸੀ ਮੰਗਾਂ, ਜਿਹੜੀਆਂ ਮੰਗ ਪੱਤਰ ਸੀ ਪਹਿਲੇ ਦਿਨ ਤੋਂ, ਜਿਹਨੂੰ ਅੱਜ ਤਰ੍ਹਾਂ ਤਰ੍ਹਾਂ ਦੇ ਨਾਲ ਮਤਲਬ ਪ੍ਰਚਾਰਿਆ ਜਾ ਰਿਹਾ ਵੀ ਇਹ ਤਾਂ ਜੀ ਨਵੀਆਂ ਮੰਗਾਂ ਲੈ ਕੇ ਆ ਰਹੇ ਨੇ। ਜਿਹੜੀ ਸਾਡੀ MSP ਦੀ ਮੰਗ ਹੈ, ਉਹ ਮੰਗ ਪੱਤਰ ਪਹਿਲਾ ਮੰਗ ਪੱਤਰ ਚੱਕਣ, ਉਹਨੂੰ ਪੜ੍ਹਨ ਤੇ ਉਸ ਪਹਿਲੇ ਮੰਗ ਪੱਤਰ ਦੇ ਵਿੱਚ ਹੀ ਹੈ। ਜਿਸ ਦਿਨ SKM ਹੋਂਦ 'ਚ ਆ ਗਈ ਔਰ SKM ਦਾ ਮੰਗ ਪੱਤਰ ਜਿੱਦਾਂ ਆ ਗਿਆ, ਉਸ ਮੰਗ ਪੱਤਰ ਦੇ ਵਿੱਚ MSP ਦੀ ਮੰਗ ਹੈਗੀ ਸੀ। ਹੁਣ ਇਹ ਜਿਹੜੀਆਂ ਮੰਗਾਂ ਨੇ, ਇਹਨਾਂ ਮੰਗਾਂ ਨੂੰ ਮਨਾਏ ਤੋਂ ਬਗੈਰ ਕਿਸੇ ਕੀਮਤ ਦੇ ਉੱਤੇ ਮਤਲਬ ਅੰਦੋਲਨ ਪਿੱਛੇ ਨਹੀਂ ਹਟ ਸਕਦਾ। ਇੱਥੋਂ ਤੱਕ ਵੀ ਹੋਇਆ ਕਿ ਜਿਹੜੇ ਲੋਕਾਂ ਨੇ ਅੰਦੋਲਨ ਦੀ ਸਪੋਰਟ ਕੀਤੀ ਹੈ ਉਹਨਾਂ ਲੋਕਾਂ ਨੂੰ ਵੱਖ-ਵੱਖ ਏਜੰਸੀਆਂ ਦੇ ਕੋਲੋਂ ਨੋਟਿਸ ਆਏ, ED ਦੇ ਨੋਟਿਸ ਗਏ ਨੇ, ED ਦੇ ਛਾਪੇ ਪਏ ਨੇ। ਇਦੋਂ ਵੀ ਗਾਹਾਂ ਜਿਹੜੇ ਸਾਡੇ ਫੋਰਨ ਦੇ ਵਿੱਚ ਬੈਠੇ ਵੀਰ ਹੈ ਜਿਨ੍ਹਾਂ ਨੇ ਲਗਾਤਾਰ ਅੰਦੋਲਨ ਨੂੰ ਸਪੋਰਟ ਕੀਤੀ ਹੈ, ਉਹਨਾਂ ਨੂੰ ਵੀ ਬਲੈਕ ਲਿਸਟ ਦੇ ਵਿੱਚ ਪਾਤਾ। ਉਹਨਾਂ ਦਾ ਕੀ ਕਸੂਰ ਆ ਜੀ? ਜੇ ਤਾਂ ਉਹੀ ਲੋਕ ਕੇਰਲਾ ਦੇ ਵਿੱਚ ਹੜ੍ਹਾਂ ਵਾਲੇ ਲੋਕਾਂ ਦੀ ਮਦਦ ਕਰਦੇ ਹੈ ਤਾਂ ਇਹ ਸਰਕਾਰ ਉਹਨਾਂ ਲਈ ਟ੍ਰੇਨ ਬੁੱਕ ਕਰਵਾ ਕੇ ਦਿੰਦੀ ਹੈ, ਵੱਖਰੀ ਸਪੈਸ਼ਲ ਬੰਦੇ ਉਹੀ ਨੇ। ਤੇ ਜੇ ਉਹ ਅੱਜ ਸਾਡੇ ਕਿਸਾਨ ਅੰਦੋਲਨ ਦੀ ਸਪੋਰਟ ਕਰਦੇ ਨੇ ਤਾਂ ਇੱਥੇ ਉਹ ਮੁਜਰਮ ਬਣ ਗਏ। ਨੰਬਰ 2, ਸਰਕਾਰ ਨੇ ਮੰਗਾਂ ਮੰਨ ਲਈਆਂ, ਇਟ ਮੀਨਸ ਕਿ ਅੰਦੋਲਨ ਜਾਇਜ਼ ਸੀ, ਵਾਜਬ ਸੀ। ਤਾਂ ਜੇ ਅੰਦੋਲਨ ਜਾਇਜ਼ ਸੀ ਤਾਂ ਜਿਨ੍ਹਾਂ ਨੇ ਮਦਦ ਕੀਤੀ ਉਹ ਵੀ ਬੇਕਸੂਰ ਨੇ। ਔਰ ਉਹਨਾਂ ਲੋਕਾਂ ਦੇ ਕੋਲੋਂ ਜਿੰਨੇ ਲੋਕਾਂ ਦੇ ਮੁਕੱਦਮੇ ਦਰਜ ਹੋਏ ਨੇ, ਆੜ੍ਹਤੀਆਂ ਦੇ ਹੋਏ ਨੇ, ਕਲਾਕਾਰਾਂ ਦੇ ਹੋਏ ਨੇ, ਹੋਰ ਹਰ ਤਰ੍ਹਾਂ ਦੇ ਸਪੋਰਟਰ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਹੈ, ਉਹ ਸਾਰੇ ਦੇ ਸਾਰੇ ਮਤਲਬ ਉਹਨਾਂ ਦੇ ਹੋਈਆਂ ਕਾਰਵਾਈਆਂ ਸਰਕਾਰ ਵਾਪਸ ਲਵੇ। ਔਰ ਉਹਦੇ 'ਤੇ ਜਿੰਨਾ ਚਿਰ ਨਹੀਂ ਲੈਂਦੀ ਸਰਕਾਰ ਵਾਪਸ, ਔਰ MSP ਦੇ ਉੱਤੇ ਗਰੰਟੀ ਦੇਣ ਦੇ ਲਈ ਅਗਰ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ, ਚਲੋ ਇੰਨੀ ਕੁ ਤਾਂ ਸਾਨੂੰ ਵੀ ਸਮਝ ਹੈਗੀ ਹੈ ਕਿ MSP ਇੱਕ ਬਹੁਤ ਵੱਡਾ ਮੈਟਰ ਹੈ, ਛੋਟਾ ਮੈਟਰ ਨਹੀਂ ਹੈ। ਪੂਰੇ ਦੇਸ਼ ਦੇ ਵਿੱਚ MSP ਕਿਵੇਂ ਦੇਣੀ ਹੈ, ਕਿੱਥੇ ਕੀ ਦੇਣੀ ਹੈ, ਕਿਹੜੀ ਫਸਲ 'ਤੇ ਕੀ ਦੇਣੀ ਹੈ, ਕਿੱਥੇ ਲੋਕਾਂ ਦਾ ਕੀ ਖਰਚਾ ਆਉਂਦਾ ਹੋਏਗਾ, ਉਹ ਵੱਖਰੇ ਵੱਖਰੇ ਕਾਫੀ ਕੁਛ ਹੁੰਦਾ ਹੈ। ਹੁਣ ਉਹ ਸਾਰੀਆਂ ਗੱਲਾਂ ਦੇ ਉੱਤੇ ਇੱਕ ਤਰ੍ਹਾਂ ਦੀ ਰਿਸਰਚ ਵਰਗੀ ਗੱਲ ਹੈ, ਮਿਹਨਤ ਹੈ। ਉਹ ਕਮੇਟੀ ਬਣਨੀ ਅਸੀਂ ਵੀ ਸਮਝਦੇ ਹਾਂ, ਪਰ ਕਮੇਟੀ ਦਾ ਟਾਈਮ ਬਾਉਂਡ ਹੋਵੇ, ਕਮੇਟੀ ਕਿਹੋ ਜਿਹੀ ਹੋਵੇ, ਉਹਨੂੰ ਕਿਹੜੀਆਂ ਉਹਦੀਆਂ ਸ਼ਰਤਾਂ ਹੋਣਗੀਆਂ, ਉਹ ਸਾਰੀਆਂ ਗੱਲਾਂ ਹਜੇ ਮਤਲਬ ਸਰਕਾਰ ਨੇ ਖੋਲ੍ਹੀਆਂ ਨਹੀਂ। ਇੱਕ ਵਾਰੀ ਅਨਾਊਂਸਮੈਂਟ ਕਰਤਾ ਵੀ ਅਸੀਂ ਕਮੇਟੀ ਬਣਾਓ। ਜਿਹੜੀ ਕਮੇਟੀ ਵੀ ਅਨਾਊਂਸਮੈਂਟ ਕੀਤੀ ਹੈ ਉਹਦੇ 'ਚ 3-4 ਗੱਲਾਂ ਪਾਤੀਆਂ। ਉਹ ਕਹਿੰਦੇ ਜੀ ਨਾਲੇ ਤਾਂ ਇਹ ਜ਼ੀਰੋ ਬਜਟ ਖੇਤੀ ਦੇ ਉੱਤੇ ਵੀ ਕੰਮ ਕਰੂਗੀ ਅਤੇ ਫਲ ਡਾਇਵਰਸੀਫਿਕੇਸ਼ਨ ਦੇ ਉੱਤੇ ਵੀ ਕੰਮ ਕਰੂਗੀ, ਅਤੇ ਨਾਲ ਉਹਨਾਂ ਨੇ ਕਹਿਤਾ ਕਿ MSP ਨੂੰ ਕਿਵੇਂ ਪ੍ਰਭਾਵੀ ਬਣਾਇਆ ਜਾ ਸਕਦਾ ਇਹਦੇ 'ਤੇ ਵੀ ਕੰਮ ਕਰੂਗੀ। ਤਾਂ 3 ਚੀਜ਼ਾਂ ਨੂੰ ਜੋੜ ਕੇ ਉਸ ਕਮੇਟੀ ਦਾ ਕੋਈ ਸਾਨੂੰ ਮਤਲਬ ਲਾਭ ਨਹੀਂ ਹੋਣਾ। ਇਹ ਸਾਨੂੰ ਅਨਰੋਲ MSP ਵਾਸਤੇ ਕਮੇਟੀ ਬਣਦੀ ਹੈ ਤਾਂ ਉਹਦੇ 'ਤੇ ਵਿਚਾਰ ਕੀਤੀ ਜਾ ਸਕਦੀ ਹੈ। ਤਾਂ ਇਹ ਸਾਰੀਆਂ ਗੱਲਾਂ ਤੋਂ ਹਜੇ ਸਰਕਾਰ ਮਤਲਬ ਪਿੱਛੇ ਖੜੀ ਹੈ। ਜਿੰਨਾ ਚਿਰ ਸਰਕਾਰ ਇਹਨਾਂ ਗੱਲਾਂ 'ਤੇ ਨਹੀਂ ਆਉਂਦੀ ਉਨੀ ਦੇਰ ਤੱਕ ਅੰਦੋਲਨ ਨੂੰ ਮਤਲਬ ਪਿੱਛੇ ਕਰਨਾ ਜਾਂ ਅੰਦੋਲਨ ਇੱਥੋਂ ਮਤਲਬ ਬੰਦ ਕਰਨਾ, ਖਤਮ ਕਰਨਾ ਪੋਸੀਬਲ ਨਹੀਂ ਹੈ। ਅੰਦੋਲਨ ਜਾਰੀ ਰਹੇਗਾ। ਇਹੀ ਪਾਸ ਹੋਇਆ ਕਿ ਕੱਲ੍ਹ ਨੂੰ ਫਿਰ ਅਸੀਂ ਮੀਟਿੰਗ ਦੇ ਵਿੱਚ ਰੱਖਾਂਗੇ ਕਿ ਅਸੀਂ ਅੰਦੋਲਨ ਨੂੰ ਅੱਗੇ ਕਿੱਧਰ ਲੈ ਕੇ ਜਾਣਾ ਹੈ। ਉਹਦੀ ਰੂਪਰੇਖਾ ਰੇਖਾ ਕੱਲ੍ਹ ਨੂੰ ਤੈਅ ਹੋਏਗੀ। ਤਾਂ ਕਿਸਾਨ ਸੰਘਰਸ਼ ਦੀ ਮੌਜੂਦਾ ਜਿਹੜੀ ਸਾਰੀ ਸਥਿਤੀ ਹੈਗੀ ਆ ਔਰ ਮੰਗਾਂ ਕਿੰਨੀਆਂ ਮੰਨੀਆਂ ਗਈਆਂ, ਕੀ ਅਸੀਂ ਮੰਗ ਰਹੇ ਹਾਂ, ਕਿੰਨਾ ਕੁ ਸਰਕਾਰ ਝੁਕੀ ਹੈ, ਉਹ ਸਾਰੀ ਸਾਨੂੰ ਜਿਹੜਾ ਡੱਲੇਵਾਲ ਸਾਹਿਬ ਨੇ ਸ਼ੁਰੂਆਤੀ ਇਹ ਇੰਟਰਵਿਊ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ। ਤਾਂ ਹੁਣ ਆ ਜਾਂਦੀ ਹੈ ਜੀ ਗੱਲ 18 ਨਵੰਬਰ ਦਾ, ਜਿਹੜਾ ਕਿ ਖੇਤੀ ਕਾਨੂੰਨ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦਿਨ ਰੱਦ ਹੋਏ 15 ਦਿਨ ਤੋਂ ਉੱਤੇ ਲਗਭਗ ਹੋ ਗਏ ਆ। ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਤੁਹਾਨੂੰ ਪਤਾ ਬਿਆਨਬਾਜ਼ੀਆਂ ਕਿਸਾਨ ਲੀਡਰਾਂ ਵੱਲੋਂ ਵੀ ਬਹੁਤ ਸਾਰਿਆਂ ਨੇ ਇਹ ਵੀ ਕਿਹਾ ਵੀ ਸਾਡੀ ਜਿੱਤ ਹੋ ਗਈ ਹੈ, ਮੋਦੀ ਝੁਕ ਗਿਆ, ਮੋਦੀ ਦਾ ਕਿੱਲਾ ਟੁੱਟ ਗਿਆ, ਔਰ ਧੰਨਵਾਦ ਵੀ ਬਹੁਤ ਸਾਰੇ ਲੀਡਰਾਂ ਨੇ ਕੀਤਾ। ਉਹ ਇੱਕ ਮਾਹੌਲ ਸੀਗਾ, ਖੁਸ਼ੀ ਵੀ ਸੀ ਔਰ ਸਭ ਕੁਝ ਸੀਗਾ। ਹੁਣ ਜਿਹੜੀ ਸਿਚੁਏਸ਼ਨ 'ਚ ਅਸੀਂ ਖਲੋਤੇ ਹੋਏ ਹਾਂ ਜੀ, MSP ਦੇ ਉੱਤੇ ਬਹੁਤ ਸਾਰੇ ਪੰਜਾਬ ਦੇ ਲੀਡਰ ਵੀ
ਔਰ ਕਈ ਹੋਰ ਲੀਡਰ ਵੀ ਉਹ ਕਹਿੰਦੇ ਸੀ ਵੀ ਐਮਐਸਪੀ ਬੜਾ ਲੰਮਾ ਕੰਮ ਹੈ। ਉਹ ਐਂ ਜਾਪਦਾ ਸੀ ਵੀ ਸ਼ਾਇਦ 3 ਕਾਨੂੰਨ ਰੱਦ ਹੋਣ ਤੋਂ ਬਾਅਦ ਉਹਨਾਂ ਨੇ ਮੰਗ ਹੀ ਛੱਡਤੀ ਹੈ। ਸਟੇਜ ਤੋਂ ਵੀ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਵੀ ਮੁੱਖ ਸਾਡੀ 3 ਖੇਤੀ ਕਾਨੂੰਨ ਸੀ। ਤਾਂ ਉਹ ਤੁਹਾਨੂੰ ਕਿੰਨੀ ਕੁ ਵਾਜਬ ਲੱਗਦੀ ਹੈ? ਹਾਲਾਂਕਿ 4 ਤਰੀਕ ਵਾਲੀ ਮੀਟਿੰਗ ਦੇ ਵਿੱਚ ਤੁਹਾਡੇ ਨਾਲ ਕੁਝ ਅਦਰ ਸਟੇਟ ਦੇ ਲੀਡਰ ਸੀਗੇ, ਤੁਹਾਨੂੰ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਵੀ ਕੁਝ ਬਾਹਰ ਆਪਸ ਦੇ ਵਿੱਚ ਤੁਹਾਨੂੰ ਪਤਾ ਖਿੱਚੋਤਾਣ ਹੋਈ ਔਰ ਉੱਥੇ ਕਿਹਾ ਜਾ ਰਿਹਾ ਸੀ ਵੀ ਐਮਐਸਪੀ ਦੀ ਮੰਗ ਐਡੀ ਅਹਿਮ ਨਹੀਂ ਮੰਨੀ ਜਾ ਰਹੀ। ਤਾਂ ਤੁਸੀਂ ਕਿਹਾ ਸੀ ਵੀ ਅਸੀਂ ਬਾਹਰ ਖਲੋਤੇ ਹਾਂ, ਅਦਰ ਸਟੇਟ ਦੀ ਜਿਹੜੀ ਇੱਜ਼ਤ ਕੀਤੀ ਜਾਵੇ ਔਰ ਉਹਨਾਂ ਦੀ ਮੰਗ ਤੇ ਐਮਐਸਪੀ ਦੀ ਬੜੀ ਅਹਿਮ ਹੈਗੀ ਆ। ਤਾਂ ਕੀ ਜਾਪਦਾ ਉਹ ਲੀਡਰ ਐਮਐਸਪੀ ਨੂੰ ਪਿੱਛੇ ਕਿਉਂ ਛੱਡ ਰਹੇ ਸੀ? ਅਣਜਾਣੇ ਦੇ ਵਿੱਚ ਜਾਂ ਉਹਨਾਂ ਨੂੰ ਪਿੰਡ ਜਾਣ ਦੀ ਕਾਹਲੀ ਹੈ? ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਅਸਲ ਜਿਹੜੀ ਐਮਐਸਪੀ ਦਾ ਮੈਟਰ ਹੈ ਨਾ ਜੀ, ਐਮਐਸਪੀ ਦੇ ਮੈਟਰ ਨੂੰ ਸਮਝਣਾ ਪੈਣਾ। ਸਾਰੇ ਬੰਦਿਆਂ ਨੂੰ ਐਮਐਸਪੀ ਦੇ ਮੈਟਰ ਦਾ ਹੀ ਨਹੀਂ ਪਤਾ। ਕੁਝ ਲੋਕਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਜੇਕਰ ਐਮਐਸਪੀ ਮਿਲ ਗਈ ਪੂਰੇ ਦੇਸ਼ ਨੂੰ ਤਾਂ ਪੰਜਾਬ ਦਾ ਕੋਟਾ ਘਟ ਜਾਏਗਾ। ਦਰਅਸਲ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਨਾ ਹੈ ਕਿ ਉਹ ਇਹ ਬਣਨਾ ਹੈ ਕਿ ਜੋ ਭਾਰਤ ਸਰਕਾਰ ਨੇ ਐਮਐਸਪੀ ਅਨਾਉਂਸ ਕੀਤੀ ਹੈ, ਤੈਅ ਕੀਤੀ ਹੈ, ਉਹਦੇ ਉਸ ਤੈਅਸ਼ੁਦਾ ਐਮਐਸਪੀ ਦੇ ਉੱਤੇ ਭਾਰਤ ਦੀਆਂ ਸਾਰੀਆਂ ਫਸਲਾਂ ਦਾਣਾ ਖਰੀਦਣ ਦੀ ਗਰੰਟੀ ਦਾ ਕਾਨੂੰਨ ਬਣਨਾ ਹੈ ਕਿ ਜਿਹੜਾ ਵੀ ਵਿਅਕਤੀ ਇਹਨੂੰ ਘੱਟ ਰੇਟ ਤੇ ਖਰੀਦੇਗਾ ਉਹਦੇ ਖਿਲਾਫ ਕਾਰਵਾਈ ਹੋਏਗੀ। ਸਰਕਾਰ ਬਾਉਂਡ ਹੋਏਗੀ ਕਿ ਐਮਐਸਪੀ ਤੇ ਖਰੀਦੇ। ਅਗਰ ਜਿੰਨੀ ਸਰਕਾਰ ਤੋਂ ਬਾਹਰ ਵੀ ਵਿਕਦੀ ਹੈ ਉਹ ਵਪਾਰੀ ਵੀ ਅਗਰ ਕੋਈ ਖਰੀਦਦਾ ਹੈ ਤਾਂ ਉਹ ਵੀ ਐਮਐਸਪੀ ਤੋਂ ਥੱਲੇ ਨਾ ਖਰੀਦੇ, ਔਰ ਜੇ ਕੋਈ ਖਰੀਦੇ ਤਾਂ ਉਹਦੇ ਖਿਲਾਫ ਮਤਲਬ ਕਾਨੂੰਨੀ ਕਾਰਵਾਈ ਹੋਵੇ। ਗੱਲ ਤਾਂ ਸਿਰਫ ਇਹ ਇੰਨੀ ਸੀ। ਔਰ ਜਦੋਂ ਪੂਰੇ ਦੇਸ਼ ਦੇ ਵਿੱਚ ਸਾਰੀਆਂ ਫਸਲਾਂ ਦੇ ਉੱਤੇ ਹੋਏਗੀ ਤਾਂ ਸੁਭਾਵਿਕ ਹੈ ਕਿ ਪੰਜਾਬ ਦੀ ਵੀ ਕੋਈ ਫਸਲ ਮਤਲਬ ਨਾ ਵਿਕਣ ਵਾਲੀ ਗੱਲ ਨਹੀਂ ਰਹਿਣੀ। ਕੁਝ ਵੀਰਾਂ ਨੂੰ ਐਂ ਵੀ ਭੁਲੇਖਾ ਜਿਹਾ ਲੱਗ ਗਿਆ ਵੀ ਇਹ ਸ਼ਾਇਦ ਪੰਜਾਬ ਵਿੱਚ ਤਾਂ ਐਮਐਸਪੀ ਹੈਗੀ ਹੈ, ਪ੍ਰਚਾਰ ਹੀ ਇਹੋ ਜਿਹਾ ਹੋ ਗਿਆ। ਹੁਣ ਉਹ ਮਗਰੋਂ ਹੌਲੀ ਹੌਲੀ ਸਮਝ ਲੱਗੀ ਹੈ ਜਦੋਂ ਕਿ ਦੇਖੋ ਅਗਰ ਐਮਐਸਪੀ ਧਾਨ ਦੀ ਖੇਤੀ ਤੇ ਲੈ ਲਈਏ, ਕਰੀਏ ਆਪਾਂ ਝੋਨਾ ਹੈ, ਐਮਐਸਪੀ ਹੈਗੀ ਹੈ, ਦਿੰਦੀ ਆ ਰਹੀ ਸਰਕਾਰ। ਹੁਣ ਐਤਕੀ ਸਰਕਾਰ ਨੇ ਕਹਿਤਾ ਸੀਗਾ ਵੀ ਐਮਐਸਪੀ ਤੇ ਕੇਵਲ ਏਕੜ ਦਾ 25 ਕੁਇੰਟਲ ਹੀ ਖਰੀਦਾਂਗੇ। ਹੁਣ ਜੇ 25 ਕੁਇੰਟਲ ਖਰੀਦੀ ਹੈ, ਕਿਸਾਨ ਦਾ ਝਾੜ 35 ਕੁਇੰਟਲ ਆਇਆ, ਤੇ ਜਿਹੜੇ ਬਾਕੀ 10 ਕੁਇੰਟਲ ਨੇ 8 ਕੁਇੰਟਲ ਨੇ ਉਹਨਾਂ ਦਾ ਕੀ ਬਣੇਗਾ? ਤਾਂ ਉਹ ਕਿਤੇ ਸਮਝ ਤੋਂ ਬਾਹਰ ਰਹਿ ਗਈ ਗੱਲ। ਦੂਸਰੀ ਗੱਲ ਇਹ ਆ ਕਿ ਦੇਖੋ ਐਮਐਸਪੀ ਪੰਜਾਬ ਲਈ ਬਹੁਤ ਇੰਪੋਰਟੈਂਸ ਰੱਖਦੀ ਹੈ। ਅਗਰ ਐਮਐਸਪੀ ਸਾਰੀਆਂ ਫਸਲਾਂ 'ਤੇ ਮਿਲਦੀ ਹੈ, ਜਿਵੇਂ ਮੂੰਗੀ ਦਾ ਮੈਨੂੰ ਲੱਗਦਾ ਐਮਐਸਪੀ ਦਾ ਜਿਹੜਾ ਰੇਟ ਹੈ ਉਹ ਲਗਭਗ 8000 ਦੇ ਨੇੜੇ ਤੇੜਾ ਹੈ। 7-8 ਹਜ਼ਾਰ ਮਤਲਬ ਕੁਇੰਟਲ ਇਹਦਾ ਝਾੜ ਆਉਂਦਾ ਮਤਲਬ ਆਪਣੇ। ਹੁਣ 7-8 ਕੁਇੰਟਲ ਝਾੜ ਆ ਗਿਆ ਜੀ, 8000 ਰੇਟ ਹੈ, ਅਤੇ ਝੋਨੇ ਨਾਲੋਂ ਵੱਧ ਪੈਸੇ ਸਾਨੂੰ ਮੂੰਗੀ ਦਿੰਦੀ ਹੈ। ਔਰ ਥੋੜ੍ਹੇ ਟਾਈਮ ਦੀ ਫਸਲ ਹੈ, ਥੋੜ੍ਹੇ ਖਰਚੇ ਦੀ ਫਸਲ ਹੈ। ਜ਼ਮੀਨੀ ਪਾਣੀ ਆ ਜਿਹੜਾ ਧਰਤੀ ਹੇਠਲਾ ਖਿੱਚ ਕੇ ਅਸੀਂ ਜਿਹੜਾ ਅੱਜ ਅਸੀਂ ਮਤਲਬ ਮੁਜਰਮ ਬਣੇ ਬੈਠੇ ਹਾਂ ਕਿ ਜੀ ਕਿਸਾਨਾਂ ਨੇ ਪਾਣੀ ਮੁਕਾਤਾ, ਕਿਸਾਨਾਂ ਨੇ ਪਾਣੀ ਮੁਕਾਤਾ। ਤਾਂ ਕਿਸਾਨ ਜੇ ਝੋਨਾ ਲਾਉਣਗੇ ਨਹੀਂ ਤਾਂ ਕਿਸਾਨਾਂ ਨੂੰ ਪਾਣੀ ਦੀ ਲੋੜ ਹੀ ਨਹੀਂ ਪੈਣੀ ਕੱਢਣ ਦੀ। ਤਾਂ ਡਾਇਵਰਸੀਫਿਕੇਸ਼ਨ ਵੱਲ ਨੂੰ ਕਿਸਾਨ ਆਪਣੇ ਆਪ ਵਧੇਗਾ। ਅਗਰ ਦੂਸਰੀਆਂ ਫਸਲਾਂ ਦੀ ਐਮਐਸਪੀ ਮਿਲੇਗੀ ਤਾਂ ਤੇਲ ਬੀਜ ਫਸਲਾਂ ਦੀ ਐਮਐਸਪੀ ਮਿਲੇਗੀ। ਕਿਸਾਨ ਨੇ ਕੀ ਕਰਨੀ ਹੈ ਜੀ? ਕਣਕ ਬੀਜ ਕੇ ਸਰੋਂ ਦਾ ਪੂਰਾ ਰੇਟ ਮਿਲਿਆ, ਕਿਸਾਨ ਨੂੰ ਕੀ ਲੋੜ ਆ ਕਣਕ ਬੀਜਣ ਦੀ? ਕਿਸਾਨ ਨੂੰ ਸੂਰਜਮੁਖੀ ਦਾ ਪੂਰਾ ਰੇਟ ਮਿਲ ਗਿਆ, ਕਿਸਾਨ ਨੂੰ ਮੱਕੀ ਦਾ ਪੂਰਾ ਰੇਟ ਮਿਲ ਗਿਆ, ਦੂਜੀਆਂ ਫਸਲਾਂ ਵੱਲੋਂ ਕਿਸਾਨ ਹਟੇਗਾ। ਤੋ ਇਸ ਕਰਕੇ ਪੰਜਾਬ ਦੇ ਵਿੱਚ ਡਾਇਵਰਸੀਫਿਕੇਸ਼ਨ ਲਿਆਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ। ਤੋ ਇਹ ਕਈ ਵੀਰਾਂ ਨੂੰ ਹੋ ਸਕਦਾ ਮਤਲਬ ਉਸ ਵੇਲੇ ਸਮਝ ਦੇ ਵਿੱਚ ਵੀ ਇਹ ਭੁਲੇਖਾ ਲੱਗਿਆ ਹੋਵੇ। ਤਾਂ ਜਿਹੜਾ ਇਹ ਸੀਗਾ ਐਮਐਸਪੀ ਦਾ ਮੈਟਰ, ਇਹ ਪੰਜਾਬ ਲਈ ਆਪਾਂ ਗੱਲ ਕੀਤੀ ਆ, ਬੜੀ ਇੰਪੋਰਟੈਂਸ ਰੱਖਦਾ ਹੈ। ਔਰ ਇਕੱਲਾ ਪੰਜਾਬ ਲਈ ਨਹੀਂ, ਅਦਰ ਸਟੇਟਸ ਲਈ ਉਸ ਤੋਂ ਵੀ ਜ਼ਿਆਦਾ ਰੱਖਦਾ ਹੈ। ਤੋ ਹੈ ਜਿਹੜਾ ਇਹਨੂੰ ਪੇਸ਼ ਇਸ ਤਰ੍ਹਾਂ ਕੀਤਾ ਗਿਆ ਕਿ ਸ਼ਾਇਦ ਇਹ ਇਕੱਲੇ ਪੰਜਾਬ ਨੂੰ ਤਾਂ ਇਕੱਲੇ ਕਾਲੇ ਕਾਨੂੰਨਾਂ ਦੀ ਲੜਾਈ ਸੀ, ਤਾਂ ਸਾਨੂੰ ਪੰਜਾਬ ਨੂੰ ਐਮਐਸਪੀ ਦੀ ਲੋੜ ਨਹੀਂ ਸੀ। ਉਹ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਜਿਹੜੀਆਂ ਉਹ ਆਹਤ ਹੋਈਆਂ ਨੇ, ਜਿਹੜਾ ਉਹਨਾਂ ਦੇ ਮਨ ਨੂੰ ਇੱਕ ਸੱਟ ਲੱਗੀ ਵੀ ਸ਼ਾਇਦ ਪੰਜਾਬੀ ਛੱਡ ਕੇ ਭੱਜਣ ਲੱਗੇ ਨੇ, ਉਹ ਇੱਕ ਤਰ੍ਹਾਂ ਦਾ ਮਤਲਬ ਸਾਡੇ ਪੰਜਾਬ ਲਈ ਇੱਕ ਵੱਡਾ ਧੱਕਾ ਸੀਗਾ। ਉਹਨੂੰ ਅਸੀਂ ਪੰਜਾਬੀਆਂ ਨੇ ਮੁੜ ਦੁਬਾਰਾ ਮਤਲਬ ਬਹਾਲ ਰੱਖਿਆ ਹੈ ਆਪਦੀ ਉਸ ਏਕਤਾ ਨੂੰ। ਔਰ ਉਹ ਜਿਹੜਾ ਸਾਡਾ ਐਸਕੇਐਮ ਫਿਰ ਮਤਲਬ ਕਾਇਮ ਖੜਾ ਹੈ। ਅੱਜ ਸਾਰਿਆਂ ਵੀਰਾਂ ਨੂੰ ਸਮਝ ਆਈ ਹੈ, ਸਾਰੇ ਹੀ ਬੋਲ ਰਹੇ ਨੇ ਵੀ ਐਮਐਸਪੀ ਲੈਣੀ ਜ਼ਰੂਰੀ ਹੈ, ਐਮਐਸਪੀ ਲੈਣ ਤੱਕ ਅਸੀਂ ਖੜਾਂਗੇ। ਇਸ ਕਰਕੇ ਹੀ ਉਹ ਹੋਇਆ ਸਾਰਾ ਕੁਝ ਜਿਹੜਾ ਹੋਇਆ, ਸਮਝ ਦੀ ਘੱਟ ਲੱਗੀ ਕਿਤੇ ਨਾ ਕਿਤੇ। ਤਾਂ ਅਗਲੀ ਮੀਟਿੰਗ 7 ਦੀ ਹੈ ਜੀ, ਕੱਲ੍ਹ ਨੂੰ। ਅਤੇ ਕੱਲ੍ਹ ਨੂੰ ਫਿਰ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਜਿਸ ਤਰ੍ਹਾਂ ਉਦੋਂ ਬਹੁਤ ਸਾਰੇ ਲੀਡਰ ਅੰਦਰ ਸੀ, ਤੁਸੀਂ ਤੁਹਾਡੇ ਨਾਲ ਕੁਛ ਅਦਰ ਸਟੇਟ ਦੇ ਲੀਡਰ ਬਾਹਰ ਸੀਗੇ, ਔਰ ਜਦੋਂ ਤੁਸੀਂ ਆਪਣੇ ਕਾਫਲੇ ਸੀ ਸਮੇਤ ਅੰਦਰ ਜਾਣ ਲੱਗੇ ਉੱਥੇ ਕਾਫੀ ਝੜਪ ਹੋਈ ਹੈ। ਜਿਹੜੀਆਂ ਚੀਜ਼ਾਂ ਚਲੋ ਅਸੀਂ ਵੀ ਕੈਮਰੇ ਤੋਂ ਉਹਲੇ ਰੱਖੀਆਂ, ਅਸੀਂ ਵੀ ਇਸ ਸੰਘਰਸ਼ ਦੇ ਹਮਾਇਤੀ ਹੈਗੇ, ਤਾਂ ਜਾਪਦਾ ਵੀ ਕੱਲ੍ਹ ਨੂੰ ਉਹ ਸੀਨ ਨਹੀਂ ਹੋਊਗਾ। ਨਹੀਂ, ਮੈਨੂੰ ਲੱਗਦਾ ਉਹ ਵੀ ਮਤਲਬ ਉੱਥੇ ਵਲੰਟੀਅਰ ਜਿਹੜੇ ਲਾਏ ਗਏ, ਪਤਾ ਕੀਤਾ, ਪੁੱਛਿਆ ਸਾਰਿਆਂ ਨੂੰ, ਉਹ ਕਹਿੰਦੇ ਵੀ ਪਤਾ ਨਹੀਂ ਕਿੱਥੋਂ ਵਲੰਟੀਅਰ, ਪਤਾ ਨਹੀਂ ਕਿਹਨੇ ਲਾਤੇ, ਉਹ ਸਾਰੀਆਂ ਜਥੇਬੰਦੀਆਂ ਪੱਲਾ ਝਾੜ ਗਈਆਂ।
ਤੋ ਐਤਕੀ ਮੈਨੂੰ ਲੱਗਦਾ ਵੀ ਸਾਰੀਆਂ ਜਥੇਬੰਦੀਆਂ ਜ਼ਿੰਮੇਵਾਰੀ ਚੱਕਣਗੀਆਂ, ਆਪਦੀ ਜ਼ਿੰਮੇਵਾਰੀ ਨਾਲ ਵਲੰਟੀਅਰ ਲਾਉਣਗੀਆਂ ਤਾਂ ਕਿ ਕੋਈ ਕਿਸੇ ਕਿਸਮ ਦੀ ਮਤਲਬ ਉੱਤੇ ਮਿਸਹੈਪਨਿੰਗ ਨਾ ਹੋਵੇ। ਇਸ ਲੈਵਲ ਤੇ ਆ ਕੇ ਇਹ ਚੀਜ਼ਾਂ ਹੋਣ, ਉਹ ਡੱਲੇਵਾਲ ਨੂੰ ਕੌਣ ਨਹੀਂ ਜਾਣਦਾ, ਵਿਰਕ ਨੂੰ ਕੌਣ ਨਹੀਂ ਜਾਣਦਾ, ਉਹਦੇ ਹੱਥਾਂ ਤੇ ਅਜੇ ਤੱਕ ਸੜੇ ਦੇ ਨਿਸ਼ਾਨ ਨਹੀਂ ਗਏ। ਹਾਂ ਅਦਰ ਸਟੇਟਸ ਆ ਜਿਹੜੀਆਂ ਉਹ ਸਾਡੀਆਂ ਮਤਲਬ ਸਤਿਕਾਰਯੋਗ ਨੇ। ਦੇਖੋ ਪੰਜਾਬ ਸਾਡਾ ਮਤਲਬ ਬੜਾ ਕਲੀਅਰ ਫੈਸਲਾ ਹੈ ਕਿ ਅਗਰ ਅਦਰ ਸਟੇਟਸ ਇੱਥੋਂ ਜਦੋਂ ਉੱਠਦੀਆਂ ਨੇ ਅਸੀਂ ਉਦੋਂ ਉੱਠਾਂਗੇ, ਉਹਨਾਂ ਨੂੰ ਬਿਲਕੁਲ ਮਤਲਬ ਪਿੱਠ ਨਹੀਂ ਦੇਵਾਂਗੇ। ਉਹ ਸਾਡੇ ਭਾਈ ਨੇ। ਅੰਦੋਲਨ ਅਸੀਂ ਅੱਗੇ ਬਹੁਤ ਵੱਡੀ ਲੜਾਈ ਲੜਨੀ ਹੈ। ਆਹ ਲੜਾਈ ਲੜ ਲਈ, ਜਿੱਤ ਲਈ, ਮੰਨ ਲਓ ਇੱਥੇ ਜੇ ਅਦਰ ਸਟੇਟਸ ਸਹਿਮਤ ਹੁੰਦੇ ਜਿੱਥੇ, ਉੱਥੇ ਅਸੀਂ ਉੱਠ ਖੜੇ। ਇੱਥੇ ਨਹੀਂ ਗੱਲ ਮੁੱਕਣੀ, ਇਸ ਤੋਂ ਅੱਗੇ ਜਿਹੜੀ MSP ਦਾ ਮੈਟਰ ਹੈ ਨਾ ਜੀ, ਇਹ ਬੜਾ ਸੀਰੀਅਸ ਮੈਟਰ ਹੈ, ਬਹੁਤ ਤਕੜਾ ਮੈਟਰ ਹੈ। ਕਿ ਦੇਖੋ ਇੱਕ ਪਾਸੇ ਤਾਂ MSP ਸਾਡਾ ਦਬਾਇਆ ਕਿ MSP ਦੇਵੇ ਸਰਕਾਰ, ਦੂਸਰੇ ਪਾਸੇ ਇੱਕ ਬਹੁਤ ਵੱਡੀ ਗੱਲ ਹੈ ਕਿ WTO ਦੇ ਅੰਦਰ ਅਮਰੀਕਾ ਭਾਰਤ ਦੇ ਖਿਲਾਫ ਕੇਸ ਪਾਈ ਬੈਠਾ ਹੈ। ਤੋ ਅੱਜ ਸਾਡਾ ਦਬਾਅ ਇੰਨਾ ਵਧਿਆ ਹੈ ਕਿ ਭਾਰਤ ਸਰਕਾਰ ਨੇ ਇੱਕ ਰੈਜੂਲੇਸ਼ਨ ਪਾਸ ਕੀਤਾ ਹੈ ਔਰ ਉਹਦੇ ਆਪਣੇ ਨਾਲ 47 ਕੰਟਰੀ ਹੋਰ ਜੋੜੇ ਨੇ ਜਿਹੜੇ ਇਹ ਮੰਗ ਕਰਨਗੇ। ਜੇ ਹੁਣ 30 ਤਰੀਕ ਨੂੰ ਮੀਟਿੰਗ ਹੋਣੀ ਸੀ, ਉਹ ਮੀਟਿੰਗ ਉਹਨਾਂ ਦੀ ਮਤਲਬ ਸਸਪੈਂਡ ਹੋਈ ਹੈ। ਅੱਗੇ ਜਦੋਂ ਵੀ ਹੁੰਦੀ ਉਹਦੇ 'ਚ ਸ਼ਾਇਦ ਲਿਜਾਣ, ਤਾਂ ਉਹਦੇ 'ਚ ਉਹ ਲੈ ਕੇ ਜਾਣ ਦਾ ਇਹਨਾਂ ਦਾ ਪ੍ਰਪੋਜ਼ਲ ਸੀ, ਤਿਆਰੀ ਸੀ ਕਿ ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਡਿਵੈਲਪਿੰਗ ਕੰਟਰੀ ਹੈ, ਸਾਨੂੰ ਆਪਦੇ ਕਿਸਾਨਾਂ ਨੂੰ ਮਤਲਬ MSP ਦੇਣੀ ਪਏਗੀ ਔਰ ਸਾਨੂੰ ਇੱਥੇ ਇਹਦੇ 'ਤੇ ਮਤਲਬ ਜਾਂ ਤਾਂ ਇਹਦੇ ਵਿੱਚ ਸੋਧ ਕੀਤੀ ਜਾਏ ਇਸ ਮੱਦ ਦੇ ਵਿੱਚ, ਜਾਂ ਫਿਰ ਇਹਨੂੰ ਮਤਲਬ ਖਾਰਜ ਕੀਤਾ ਜਾਏ। ਹੁਣ ਇੱਥੇ ਸਵਾਲ ਇਹ ਆ ਵੀ ਸਾਡੇ ਇਸ ਪ੍ਰੈਸ਼ਰ ਨੇ ਸਰਕਾਰ ਦੇ ਕੰਨ ਖੋਲ੍ਹੇ ਨੇ, ਸਰਕਾਰ ਉਧਰ ਨੂੰ ਤੋਰੀ ਹੈ ਔਰ ਉਧਰ ਨੂੰ ਤੋਰਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਪ੍ਰੈਸ਼ਰ WTO 'ਤੇ ਪ੍ਰੈਸ਼ਰ ਪਾਉਣਾ ਹੈ। ਅਸੀਂ ਇਹ ਪ੍ਰੈਸ਼ਰ ਬਣਾਉਣਾ ਹੈ ਕਿ ਜਾਂ ਤਾਂ ਭਾਰਤ ਸਰਕਾਰ ਉਹਨਾਂ ਮੱਦਾਂ ਨੂੰ ਸੋਧ ਕਰਾਵੇ ਜਾਂ ਫਿਰ ਭਾਰਤ ਸਰਕਾਰ WTO 'ਚੋਂ ਬਾਹਰ ਆਵੇ। ਅਗਰ ਅਸੀਂ ਤਕੜੇ ਹੋ ਕੇ ਅਗਲੀ ਲੜਾਈ ਜਿਹੜੀ ਲੜਨੀ ਹੈ ਉਹ ਬਹੁਤ ਇੰਪੋਰਟੈਂਸ ਰੱਖਦੀ ਹੈ। ਉਸ ਲੜਾਈ ਨੂੰ ਲੜਨ ਦੇ ਲਈ ਸਾਨੂੰ SKM ਬਚਾ ਕੇ ਰੱਖਣਾ, ਚਾਹੇ ਸਾਡੀਆਂ ਭਾਵਨਾਵਾਂ ਕੁਛ ਵੀ ਹੋਣ, ਸਾਡੀਆਂ ਆਪਦੀਆਂ ਭਾਵਨਾਵਾਂ ਨੂੰ ਕੁਛ ਅਸੀਂ ਇੱਕ ਸਾਈਡ 'ਤੇ ਵੀ ਕਰਨਾ ਪਵੇ ਤਾਂ ਅਸੀਂ ਮਤਲਬ ਕੁਰਬਾਨੀ ਦੇਵਾਂਗੇ, ਪਰ SKM ਨੂੰ ਮਤਲਬ ਬਚਾ ਕੇ ਰੱਖਾਂਗੇ। ਪੂਰੇ ਦੇਸ਼ ਦੀ ਕਿਸਾਨੀ ਦੀ ਜਿਹੜੀ ਏਕਤਾ ਬਣੀ ਹੈ, ਏਕਤਾ ਅਸੀਂ ਟੁੱਟਣ ਤੋਂ ਬਚਾਉਣੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ। ਤਾਂ ਏਕਤਾ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਆ। ਪਹਿਲਾਂ ਵੀ ਬਹੁਤ ਸਾਰੇ ਹੋਰ ਰਾਜਾਂ ਦੇ ਕਿਸਾਨਾਂ ਨੇ ਸੰਘਰਸ਼ ਲੜੇ ਹੈਗੇ ਆ, ਭਾਰਤੀ ਹਕੂਮਤ ਦੇ ਖਿਲਾਫ ਸੰਘਰਸ਼ ਲੜਿਆ, ਪਰ ਜਿਹੜਾ ਇਸ ਵਾਰ ਇਹ 2020 ਤੋਂ ਲੈ ਕੇ 2021 ਤੱਕ ਦਾ ਜਿਹੜਾ ਸੰਘਰਸ਼ ਚੱਲ ਰਿਹਾ ਅਜੇ ਵੀ ਕੰਟੀਨਿਊ ਆ। ਜੋ ਕੁਛ ਇਹਦੇ 'ਚ ਦੇਖਿਆ ਗਿਆ ਉਹ ਸੱਚਮੁੱਚ ਸਦੀਆਂ ਤੱਕ ਜਿਹੜੀਆਂ ਇਹਦੀਆਂ ਬਾਤਾਂ ਪੈਣਗੀਆਂ। ਤਾਂ ਏਕਤਾ ਦੀ ਤੁਸੀਂ ਗੱਲ ਕੀਤੀ ਹੈ ਜੀ, ਇੱਕ ਚਿੱਠੀ ਦਾ ਰੌਲਾ ਪੈ ਰਿਹਾ, ਉਹਦੇ 'ਚ ਏਕਤਾ ਤੁਹਾਡੀ ਭੰਗ ਹੋਈ ਜਾਪਦੀ। ਚਿੱਠੀ ਜਿਹੜੀ ਆ ਉਹ ਚਲੋ ਸਾਡੇ ਮੋਬਾਈਲਾਂ 'ਚ ਹੈਗੀ ਆ, ਪਰ ਅਜੇ ਤੱਕ ਉਸ ਤਰੀਕੇ ਨਾਲ ਪੇਜਾਂ 'ਤੇ ਸੋਸ਼ਲ ਮੀਡੀਆ 'ਤੇ ਨਹੀਂ ਆਈ, ਪਰ ਉਹਦੇ 'ਚ ਤੁਹਾਡੀ ਏਕਤਾ ਤੇ ਕਿਸਾਨ ਲੀਡਰਾਂ ਦੀ ਇਮਾਨਦਾਰੀ ਜਿਹੜੀ ਹੈ ਉਹ ਚੁਠਲਾਈ ਜੀ ਜਾਪਦੀ ਹੈ। ਕੀ ਮਸਲਾ ਹੈ, ਤੁਹਾਨੂੰ ਪਤਾ ਚਿੱਠੀ ਲਿਖੀ ਸੀ ਕਿਸੇ ਨੇ? ਦੇਖੋ ਮੈਂ ਬੇਨਤੀ ਕਰਾਂ ਕਿ ਇਸ ਚੀਜ਼ ਨੂੰ ਆਪਾਂ ਨਾ ਮਤਲਬ ਬਹੁਤਾ ਲੈ ਕੇ ਚੱਲੀਏ, ਕਿਉਂਕਿ ਏਕਤਾ ਵਾਸਤੇ ਗੱਲਾਂ ਮਤਲਬ ਬਚਾਉਣੀਆਂ ਜ਼ਰੂਰੀ ਨੇ। ਸੋ ਮੈਂ ਇਹਦੇ 'ਤੇ ਜ਼ਿਆਦਾ ਨਹੀਂ ਮਤਲਬ ਇਹ ਤੋਂ ਵੱਧ ਹੁਣ ਹੋਰ ਕੋਈ ਕਮੈਂਟ ਕਰਨਾ ਠੀਕ ਨਹੀਂ ਸਮਝਦਾ। ਨਹੀਂ, ਪਰ ਗੱਲ ਤੇ ਅਸੀਂ ਵੀ ਨਹੀਂ ਸੀ ਚਾਹੁੰਦੇ, ਪਰ ਜਦੋਂ ਜੀ ਲੋਕ ਕਹਿੰਦੇ ਆ ਵੀ ਤੁਸੀਂ ਉੱਥੇ ਬੈਠੇ ਹੋ, ਪੁੱਛੋ ਲੀਡਰਾਂ ਨੂੰ। ਤੁਸੀਂ ਉਸ ਚਿੱਠੀ ਦੇ ਵਿੱਚ ਕਿਸਾਨ ਲੀਡਰ ਮੰਗ ਕਰ ਰਹੇ ਸੀ ਵੀ ਇੱਕ ਕਾਨੂੰਨ ਰੱਦ ਕੀਤਾ ਜਾਵੇ, ਇੱਕ ਹੋਲਡ ਕੀਤਾ ਜਾਵੇ, ਇੱਕ ਰਾਜਾਂ ਨੂੰ ਅਧਿਕਾਰ ਦਿੱਤੇ ਜਾਣ, ਇਸ ਤਰ੍ਹਾਂ ਦੀ ਗੱਲ ਆ। ਉਹ ਕਿਸਾਨ ਲੀਡਰ ਲਿਖ ਰਹੇ ਆ, ਤੁਸੀਂ ਵੀ ਵਿੱਚ ਸਹਿਮਤ ਸੀਗੇ ਔਰ ਇੱਕ ਪਾਸੇ ਤੁਸੀਂ ਸਟੇਜਾਂ ਤੇ ਕਹਿ ਰਹੇ ਸੀ ਕਾਨੂੰਨ ਰੱਦ ਕਰੋ, ਲਿਖ ਕੇ ਤੁਸੀਂ ਦੇ ਰਹੇ ਸੀ ਵੀ ਇੱਕ ਹੀ ਰੱਦ ਕਰ ਦਿਓ। ਇਹ ਕਿਸ ਤਰ੍ਹਾਂ ਦੀ ਇਮਾਨਦਾਰੀ ਤੁਹਾਡੀ? ਇਹਦਾ ਮਤਲਬ ਜਿਹੜਾ ਮੈਂ ਬੋਲਣਾ ਨਹੀਂ ਚਾਹੁੰਦਾ ਤੂੰ ਫਸਾ ਕੇ ਬੁਲਾਉਣਾ ਚਾਹੁੰਦਾ ਮੇਰੇ ਮੂੰਹ। ਦੇਖੋ ਇੱਕ ਅਸਲੀਅਤ ਹੈ, ਅਸੀਂ 1 ਸਾਲ ਹੋ ਗਿਆ ਅਸੀਂ ਇਸ ਸੰਘਰਸ਼ ਦੇ। ਤੁਹਾਨੂੰ ਇਸ ਗੱਲ ਦਾ ਪਤਾ ਹੈ ਜੀ। ਮੈਂ ਫਿਰ ਬੇਨਤੀ ਕਰਾਂ ਕਿ ਮੈਂ ਚਿੱਠੀ ਲਿਖਣ ਵਾਲਿਆਂ 'ਚ ਨਹੀਂ ਹਾਂ। ਮੈਂ ਤਾਂ ਵਧਾਈ ਦਿੰਦਾ ਮੇਰੇ ਕਿਸਾਨਾਂ ਨੂੰ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਦ੍ਰਿੜ ਇਰਾਦੇ ਦੇ ਨਾਲ ਖੜ ਗਏ ਕਿ ਵੀ ਸਾਨੂੰ ਇਹ 3 ਕਾਨੂੰਨ ਆ ਜਿਹੜੇ ਇਹ ਸਾਰੇ ਦੇ ਸਾਰੇ ਰੱਦ ਕਰਾਏ ਬਿਨਾਂ ਅਸੀਂ ਪਿੱਛੇ ਨਹੀਂ ਹਟਣਾ, ਔਰ ਉਹਦੇ ਨਾਲ ਅਸੀਂ ਮਤਲਬ ਅੱਗੇ ਵਧੇ ਹਾਂ ਤੇ ਜਿਹਦੇ 'ਚੋਂ ਅਸੀਂ 3 ਕਾਨੂੰਨ ਰੱਦ ਕਰਾਉਣ ਦੇ ਵਿੱਚ ਸਫਲ ਵੀ ਹੋਏ ਹਾਂ। ਤੁਹਾਨੂੰ ਜਾਪਦਾ ਵੀ ਜਿਹੜੀ ਉਹ ਚਿੱਠੀ ਲਿਖੀ ਸੀ ਸ਼ਾਇਦ ਮੋਦੀ ਨੇ ਪੜ੍ਹੀ ਨਹੀਂ ਹੁੰਦੀ, ਜੇ ਪੜ੍ਹੀ ਹੁੰਦੀ ਤਾਂ ਉਹ ਤੁਹਾਡੇ ਮੰਗੇ ਅਨੁਸਾਰ ਸ਼ਾਇਦ ਇੱਕ ਕਾਨੂੰਨ ਹੀ ਰੱਦ ਕਰਦਾ, ਪਰ ਉਹਨੂੰ ਤਾਂ 3 ਕਰਤੇ। ਉਹ ਚਿੱਠੀ 'ਚ ਤਾਂ 1 ਲਿਖਿਆ ਹੋਇਆ। ਪਰ ਇਹ ਡੱਲੇਵਾਲ ਸਾਹਿਬ ਇਹ ਗੱਲਾਂ ਦੇਖੋ, ਸਵਾਲ ਅਸੀਂ ਭਾਰਤੀ ਸਰਕਾਰ ਨੂੰ ਕਰਦੇ ਹਾਂ, ਉਹ ਕਹਿੰਦੀ ਵੀ ਨਹੀਂ ਇਹ ਤਾਂ ਕਿਸਾਨਾਂ ਦਾ ਮੀਡੀਆ ਹੈ। ਅਸੀਂ ਤੁਹਾਨੂੰ ਕਰਾਂਗੇ, ਤੁਸੀਂ ਵੀ ਜਵਾਬ ਨਹੀਂ ਦਿਓਗੇ, ਜਵਾਬ ਦੇਗਾ ਕੌਣ? ਦੇਖੋ ਮੈਂ ਫਿਰ ਬੇਨਤੀ ਕਰਾਂ ਕਿ ਮੈਂ ਚਿੱਠੀ ਲਿਖਣ ਵਾਲਿਆਂ ਤੋਂ ਨਹੀਂ ਹਾਂ। ਪਰ ਤੁਹਾਨੂੰ ਪਤਾ ਹੈ ਲਿਖੀ ਸੀ ਕਿ ਪਤਾ ਹੀ ਨਹੀਂ ਸੀ? ਮੈਨੂੰ ਤੁਹਾਡੇ ਵਰਗੇ ਪੱਤਰਕਾਰਾਂ ਤੋਂ ਹੀ ਪਤਾ ਲੱਗਿਆ ਵੀ ਚਿੱਠੀ ਲਿਖੀ ਸੀਗੀ
ਤੋ ਸਾਡੀ ਬੇਨਤੀ ਇਹ ਹੈ ਬਈ ਜਿਹੜੀ ਉਹ ਤੁਸੀਂ ਪੁੱਛ ਲਓ, ਬਾਕੀ ਹੋਰ ਵੀ ਲੀਡਰ ਸਾਹਿਬਾਨ ਹੈਗੇ ਨੇ, ਸਾਰਿਆਂ ਤੋਂ ਪੁੱਛ ਲਓ, ਹੌਲੀ ਹੌਲੀ ਤੁਹਾਨੂੰ ਦੱਸ ਦੇਣਗੇ ਜਿਹਨੇ ਚਿੱਠੀ ਲਿਖੀ। ਤੁਹਾਨੂੰ ਕੀ ਲੱਗਦਾ, ਜਿਸ ਤਰ੍ਹਾਂ ਹੁਣ 5 ਮੈਂਬਰੀ ਕਮੇਟੀ ਬਣਾਈ, ਪੰਜਾਬ 'ਚੋਂ ਇੱਕ ਵੱਡਾ ਚਿਹਰਾ ਬਲਬੀਰ ਸਿੰਘ ਰਾਜੇਵਾਲ ਹੈ, ਹਰਿਆਣੇ 'ਚੋਂ ਚੜੂਨੀ ਸਾਹਿਬ ਨੇ, ਉੱਧਰੋਂ ਹੈਗੇ ਆ ਯੁੱਧਵੀਰ ਜੀ ਆ, ਤਾਂ ਇਹ ਖਾਸ ਕਰਕੇ ਆਪਣਾ ਰਾਜੇਵਾਲ ਸਾਹਿਬ ਨੂੰ ਪਤਾ ਸੀ ਵੀ ਚਿੱਠੀ ਲਿਖੀ ਗਈ ਹੈ, ਕੋਈ ਵੱਡਾ ਚਿਹਰਾ ਹੈਗੇ ਆ? ਮੈਂ ਇੱਕ ਪਹਿਲਾਂ ਇਹਦੇ ਨਾਲੋਂ ਵੱਖਰੀ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਹਾਂ ਕਿ ਦੇਖੋ, ਚਿੱਠੀਆਂ ਛੱਡੋ ਇੱਕ ਸਾਈਡ ਤੇ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅੱਜ ਜਿਹੜਾ ਪੰਜਾਬ ਦੇ ਪ੍ਰਤੀ ਅਦਰ ਸਟੇਟਸ ਨੂੰ ਜਿਹੜੀ ਇੱਕ ਸੱਟ ਲੱਗੀ ਸੀ ਨਾ, ਅਸੀਂ ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੈ, ਇਹਦੇ ਵਿੱਚ 5 ਬੰਦੇ ਦੂਜੀਆਂ ਸਟੇਟਾਂ ਤੋਂ ਲਏ ਨੇ। ਹਰਿਆਣਾ ਵਿੱਚ ਲੈ ਲਿਆ ਅਸੀਂ, ਯੂਪੀ ਲੈ ਲਈ, ਮੱਧ ਪ੍ਰਦੇਸ਼ ਲੈ ਲਿਆ, ਮਹਾਰਾਸ਼ਟਰ ਲੈ ਲਿਆ। ਉਹਨਾਂ ਸਟੇਟਾਂ ਨੂੰ ਲੈ ਕੇ ਉਹਨਾਂ ਦੇ ਹੱਥ ਦੇ ਵਿੱਚ ਅੰਦੋਲਨ ਦੀ ਵਾਗਡੋਰ ਫੜਾਉਣੀ, ਇਹ ਇੱਕ SKM ਦੀ ਏਕਤਾ ਦਾ ਪ੍ਰੂਫ ਦੇਣਾ। ਔਰ ਨਾਲ ਦੀ ਨਾਲ ਅਸੀਂ ਉਹਨਾਂ ਦੇ ਹੱਥ 'ਚ ਅੰਦੋਲਨ ਦੀ ਵਾਗਡੋਰ ਫੜਾਤੀ, ਲੈ ਵੀ ਭਾਈ MSP ਦੇ ਉੱਤੇ ਜੋ ਫੈਸਲਾ ਤੁਸੀਂ ਕਰੋਗੇ, ਅਸੀਂ ਪੰਜਾਬ ਤੁਹਾਡੇ ਮਗਰ ਖੜੇ ਆ। ਇਹ ਦਿਮਾਗ ਦੇ ਵਿੱਚ ਬਿਲਕੁਲ ਨਾ ਸੋਚੋ ਕਿ ਵੀ ਪੰਜਾਬ ਪਿੱਛੇ ਹਟੇਗਾ। ਜੇ ਕਾਨੂੰਨ ਰੱਦ ਹੋ ਗਏ ਨੇ ਤਾਂ MSP ਲਈ ਵੀ ਅਸੀਂ ਤੁਹਾਡੇ ਨਾਲ ਆ। ਜੀ ਤਾਂ ਖੈਰ ਅਸੀਂ ਅੱਗੇ ਚੱਲਦੇ ਹਾਂ ਜੀ। MSP ਦੀ ਵੀ ਤੁਸੀਂ ਗੱਲ ਕੀਤੀ ਹੈਗੀ ਹੈ, ਕੁਝ ਕਿਸਾਨ ਲੀਡਰਾਂ ਨੂੰ ਫੋਨ ਆਏ ਹੈਗੇ ਆ ਤੁਹਾਡੇ ਇਹਨਾਂ ਮੀਟਿੰਗ ਦੇ ਦਿਨਾਂ ਦੇ ਵਿੱਚ। 2 ਦਿਨ ਪਹਿਲਾਂ ਅਮਿਤ ਸ਼ਾਹ ਦਾ ਫੋਨ ਆਇਆ, ਕੀ ਜਾਪਦਾ? ਉਹ ਕਹਿੰਦੇ ਵੀ MSP ਤੇ ਵੀ ਗੱਲਬਾਤ ਹੋਈ, ਪਰਚੇ ਰੱਦ ਕਰਨ ਦੇ ਉੱਤੇ ਵੀ ਗੱਲਬਾਤ ਹੋਈ, ਤਾਂ ਕੀ ਜਾਪਦਾ ਵੀ MSP ਤੇ ਸਰਕਾਰ ਜਿਹੜੀ ਹੈ ਸਹਿਮਤ ਹੋ ਜਾਏਗੀ? ਪਰ ਅਜੇ ਤੱਕ ਥੋੜੀ 7 ਤੋਂ ਪਹਿਲਾਂ, ਅਜੇ 6 ਦੀ ਸ਼ਾਮ ਅਸੀਂ ਗੱਲਬਾਤ ਰਿਕਾਰਡ ਕਰ ਰਹੇ ਹਾਂ, ਅਜੇ ਤੱਕ ਤੇ ਸਹਿਮਤ ਹੋਈ ਜਾਪਦੀ, ਕੋਈ ਸਿੱਧੇ ਤਰੀਕੇ 'ਚ ਨਹੀਂ ਜਾਪਦੀ। ਨਹੀਂ ਦੇਖੋ, ਮੈਨੂੰ ਲੱਗਾ ਜਿੰਨੀ ਕਿ ਮੈਨੂੰ ਜਾਣਕਾਰੀ ਹੈ, ਯੁੱਧਵੀਰ ਦੇ ਕੋਲੇ ਅੱਜ ਤੋਂ 3 ਦਿਨ ਪਹਿਲਾਂ ਮਤਲਬ ਸਰਕਾਰ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਸਾਡੇ ਨਾਲ ਵੀ ਗੱਲ ਕੀਤੀ। ਤਾਂ ਚਲੋ ਸਾਡਾ ਇੱਕ ਰੂਟੀਨ 'ਚ ਇਹ ਗੱਲ ਹੈਗੀ ਆ ਵੀ ਕਿਸੇ ਨੂੰ ਵੀ ਕੋਈ ਮੈਸੇਜ ਆਉਂਦਾ ਹੈ ਤੇ ਗੱਲਬਾਤ ਦਾ ਦਰਵਾਜ਼ਾ ਬੰਦ ਨਹੀਂ ਕਦੇ ਵੀ ਕਰੀਦਾ। ਗੱਲਬਾਤ ਸੁਣੋ, ਕੀ ਕਹਿੰਦਾ ਅਗਲਾ, ਅੱਗਾ ਉਹਦੇ ਮੁਤਾਬਕ ਆਪਾਂ ਬਹਿ ਕੇ ਵਿਚਾਰ ਲਾਂਗੇ। ਤੋ ਜਿਹੜੀਆਂ ਗੱਲਾਂ ਬਾਤਾਂ ਮਤਲਬ ਉਹਨਾਂ ਨੇ ਕੀਤੀਆਂ, ਉਹ ਗੱਲਾਂ ਬਾਤਾਂ ਯੁੱਧਵੀਰ ਜੀ ਨੇ ਆ ਕੇ ਮਤਲਬ ਮੀਟਿੰਗ ਦੇ ਵਿੱਚ ਸਾਰਿਆਂ ਦੇ ਪਾਰਦਰਸ਼ਤਾ ਦੇ ਨਾਲ ਰੱਖੀਆਂ, ਤਾਂ ਉਹਨਾਂ ਦੇ ਉੱਤੇ ਹਜੇ ਮਤਲਬ ਕੋਈ SKM ਦੀ ਸਹਿਮਤੀ ਨਹੀਂ ਹੋ ਪਾਈ। ਅਤੇ ਉਹ ਦੁਬਾਰਾ ਫਿਰ ਮਤਲਬ ਉਹਨਾਂ ਨੂੰ ਸਾਰੀਆਂ ਲਿਖ ਕੇ ਭੇਜੀਆਂ ਕਿ ਨਹੀਂ ਇਹ ਗੱਲਾਂ ਤੁਹਾਡੀਆਂ ਠੀਕ ਨਹੀਂ, ਇਹ ਸਾਰੀਆਂ ਪੂਰੀਆਂ ਕਰੋ। ਤਾਂ ਜਿੰਨਾ ਚਿਰ ਭਾਵ MSP, ਜੇ ਅਸੀਂ ਜਾਂਦੇ ਥੋੜ੍ਹੇ ਸ਼ਬਦਾਂ 'ਚ ਗੱਲ ਕਰੀ ਵੀ MSP ਦੇ ਉੱਤੇ ਪੱਕੀ ਗਰੰਟੀ ਜਿਹੜੀ ਤੁਸੀਂ ਸ਼ੁਰੂ ਤੋਂ ਮੰਗ ਰਹੇ ਹੋ ਉਹ ਨਹੀਂ ਹੁੰਦੀ, ਤਾਂ ਇਹ ਮੋਰਚੇ ਦੇ ਉੱਤੇ ਸਾਰੇ ਬਾਰਡਰਾਂ ਤੋਂ ਉਸ ਤਰ੍ਹਾਂ ਹੀ ਕਿਸਾਨ ਡਟੇ ਰਹਿਣਗੇ? ਨਹੀਂ, ਇਹ ਮੈਂ ਪਹਿਲਾਂ ਵੀ ਤੁਹਾਨੂੰ ਅਰਜ਼ ਕੀਤੀ ਆ ਕਿ ਇਸ ਵੇਲੇ ਪੰਜਾਬ ਦੀ ਮਰਜ਼ੀ ਅਸੀਂ ਪਿੱਛੇ ਕਰ ਲਈ। ਅੱਛਾ ਜੀ। ਅਦਰ ਸਟੇਟਸ ਨੂੰ ਅਸੀਂ ਮਤਲਬ ਮਰਜ਼ੀ ਕਰਨ ਦਾ ਅਧਿਕਾਰ ਦਿੱਤਾ ਹੈ। ਉਹ ਜੋ ਫੈਸਲਾ ਕਰਨਗੇ ਅਦਰ ਸਟੇਟਾਂ, ਅਸੀਂ ਉਹਨਾਂ ਦੇ ਨਾਲ ਹੋਵਾਂਗੇ। ਜਿਹੜੀ 5 ਮੈਂਬਰੀ ਕਮੇਟੀ ਬਣਾ ਲਈ ਹੈਗੀ, ਤਾਂ 5 ਮੈਂਬਰੀ ਕਮੇਟੀ ਦੇ ਕੋਲ ਜਿਹੜੀ ਇਸ ਵਕਤ ਉਹ ਕਹਿ ਲਓ ਵੀ ਫੈਸਲਾ ਲੈਣ ਦੀ ਜਿਹੜੀ ਹੈਗੀ ਉਹ ਅਧਿਕਾਰ ਉਹਨਾਂ ਨੂੰ ਦੇ ਦਿੱਤਾ ਗਿਆ। ਔਰ 7 ਤਰੀਕ ਨੂੰ ਅਗਲੀ ਮੀਟਿੰਗ ਜਿਹੜੀ ਉਹ ਹੋਏਗੀ, SKM ਦੀ ਹੋਏਗੀ, ਸਾਰੇ ਲੀਡਰ ਸ਼ਾਮਲ ਹੋਣਗੇ। ਹੁਣ ਜਿਹੜੀ ਗੱਲ ਇਸ ਵਕਤ ਰੁਕੀ ਹੋਈ ਹੈ ਕਹਿ ਲਓ, ਜਾਂ ਗੱਲ ਚੱਲ ਰਹੀ, ਜਾਂ ਜਿਹੜੀ ਮੰਗ ਦੇ ਉੱਤੇ ਗੱਲ ਜਿਹੜੀ ਅਟਕੀ ਹੋਈ ਹੈ, MSP ਦੇ ਉੱਤੇ ਪੱਕੀ ਗਰੰਟੀ, ਜਿਹੜੇ ਕੇਸ ਹੈ ਕਿਸਾਨਾਂ ਦੇ ਉੱਤੇ ਸਾਰੇ ਰਾਜਾਂ 'ਚ ਦਰਜ ਕੀਤੇ ਗਏ ਉਹ ਸਾਰੇ ਰੱਦ ਹੋਣ, ਤੇ ਜਿਹੜੇ ਕਿਸਾਨ ਕੁਰਬਾਨ ਹੋਏ ਆ 700 ਤੋਂ ਉੱਤੇ, ਜਿਹੜੀਆਂ 723 ਦੇ ਲਗਭਗ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਪਰਿਵਾਰਾਂ ਦੇ ਨਾਲ ਪਹੁੰਚ ਕਰਕੇ ਉਹਨਾਂ ਨੂੰ ਮਦਦ ਕੀਤੀ ਹੈਗੀ ਹੈ, ਉਹ 723 ਦੇ ਲਗਭਗ ਉਹਨਾਂ ਦੀ ਗਿਣਤੀ ਦੱਸਦੇ ਵੀ ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਨੂੰ ਕੁਛ ਨਾ ਕੁਛ ਜਿਹੜਾ ਹੈਗਾ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਉਹ ਮੁਆਵਜ਼ਾ ਜਿਹੜਾ ਹੈਗਾ ਉਹ ਦਿੱਤਾ ਜਾਵੇ। ਤਾਂ ਹੁਣ ਦੇ ਹਾਲਾਤਾਂ ਮੁਤਾਬਕ ਜਿਹੜਾ ਇੱਥੋਂ ਜਿੱਤ ਕੇ ਜਾਣਾ ਪੰਜਾਬ ਦੇ ਵਿੱਚ, ਔਰ ਜਿੰਨੇ ਅਸੀਂ ਪਹਿਲਾਂ ਸੰਘਰਸ਼ ਲੜੇ, ਕੋਈ ਯਾਦਾਂ ਆਉਂਦੀਆਂ ਛੱਡ ਕੇ ਜਾਂਦੇ ਆ। ਇਹ ਸੜਕਾਂ ਤਾਂ ਸਾਨੂੰ ਯਾਦ ਰਹਿਣਗੀਆਂ ਜਦੋਂ ਦਿੱਲੀ ਆਇਆ ਕਰਾਂਗੇ, ਸਾਨੂੰ ਵੀ ਰਹਿਣਗੀਆਂ, ਤੁਹਾਨੂੰ ਵੀ ਰਹਿਣਗੀਆਂ। ਕੀ ਕੋਈ SKM ਕੋਈ ਪਲਾਨ ਕਰ ਰਿਹਾ ਇੱਥੇ ਕੋਈ ਯਾਦਗਾਰ ਉਸਾਰੀ ਜਾਵੇ ਤਾਂ ਕਿ ਆਉਣ ਵਾਲੀਆਂ ਦੁਨੀਆ ਨੂੰ ਵੀ ਦੱਸੀਏ ਵੀ ਇਹ ਜਗ੍ਹਾ 'ਤੇ ਅਸੀਂ ਸੰਘਰਸ਼? ਇਹ SKM ਦੇ ਏਜੰਡੇ 'ਚ ਹੈ। ਸਾਡੀ ਕੋਸ਼ਿਸ਼ ਹੈ ਕਿ ਇੱਥੇ ਅਸੀਂ ਚਾਹੇ ਸਾਨੂੰ ਜਗ੍ਹਾ, ਅਸੀਂ ਤਾਂ ਪਹਿਲਾਂ ਤਾਂ ਸਰਕਾਰ ਤੋਂ ਰਿਕੁਐਸਟ ਕਰ ਰਹੇ ਹਾਂ ਕਿ ਸਰਕਾਰ ਸਾਨੂੰ ਕੁਝ ਜਗ੍ਹਾ ਮਤਲਬ ਪ੍ਰੋਵਾਈਡ ਕਰਵਾਵੇ, ਉੱਥੇ ਅਸੀਂ ਸਮਾਰਕ ਵੀ ਤਿਆਰ ਕਰੀਏ, ਔਰ ਇੱਥੇ ਅਸੀਂ ਸ਼ਹੀਦਾਂ ਵਾਸਤੇ ਇੱਕ ਯਾਦਗਾਰ ਬਣਾਈਏ ਜਿਹਦੇ ਵਿੱਚ ਸਾਰੇ ਸ਼ਹੀਦਾਂ ਦੀਆਂ ਫੋਟੋ ਲੱਗਣ, ਔਰ ਇੱਥੇ ਇੱਕ ਐਸਾ ਬਣੇ ਜਿਸ ਤਰ੍ਹਾਂ ਗੁਰਦੁਆਰਾ ਟਾਈਪ ਬਣਾਈਏ ਸਿਸਟਮ, ਜਿਹਦੇ ਵਿੱਚ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚੱਲੇ ਔਰ ਨਾਲ ਦੀਆਂ ਲੰਗਰ ਦੀ ਮਤਲਬ ਪ੍ਰਥਾ ਵੀ ਚੱਲੇ। ਜਿਹੜੀ ਚੀਜ਼ ਇੱਥੋਂ ਲੋਕਾਂ ਨੇ ਲਗਾਤਾਰ ਮਤਲਬ ਖਾਧੀ ਹੈ ਉਹ ਇੱਥੋਂ ਜਾਵੇ ਨਾ। ਗੁਰਦੁਆਰਾ ਬਣਾਉਣ ਦਾ ਕੋਈ ਸਾਡਾ ਮਕਸਦ ਹੋਰ ਨਹੀਂ ਹੈ। ਜੋ ਚੀਜ਼ ਹੁਣ ਤੱਕ ਲੋਕਾਂ ਨੂੰ ਇੱਥੋਂ ਮਿਲਿਆ ਉਹ ਚੀਜ਼ ਇੱਥੇ ਰਹੇ, ਬਸ ਉਹ ਰੱਖਣ ਦਾ ਸਾਡਾ ਮਤਲਬ ਹੈ ਕਿ ਲੋਕ ਮਹਿਸੂਸ ਕਰਨ ਵੀ ਆਹ ਰੋਟੀ ਹੈ ਜਿਹੜੀ ਅਸੀਂ ਖਾ ਰਹੇ ਹਾਂ ਇਹ ਅੰਦੋਲਨ ਤੋਂ ਸ਼ੁਰੂ ਹੋਈ ਵੀ ਹੈ ਸਾਡੇ ਇੱਥੇ। ਤਾਂ ਬਸ ਸਾਡਾ ਇਹ ਇੰਨਾ ਕੁ ਹੈ। ਬਾਕੀ ਅਗਲੀ ਗੱਲ ਇਹ ਹੈ ਕਿ ਅਗਰ ਉਹ ਅਸੀਂ ਬਣਾਵਾਂਗੇ
ਤੇ ਉਹ ਬਣਾਵਾਂਗੇ ਜ਼ਰੂਰ ਅਸੀਂ। ਜੇਕਰ ਸਰਕਾਰ ਨਹੀਂ ਵੀ ਮਤਲਬ ਮੰਨਦੀ ਤਾਂ ਕੋਈ ਹੋਰ ਜ਼ਰੀਆ ਅਖਤਿਆਰ ਕਰਾਂਗੇ। ਉਹ ਜਗ੍ਹਾ ਅਸੀਂ ਜ਼ਰੂਰ ਲਵਾਂਗੇ, ਇੱਥੇ ਉੱਥੇ ਬਣਾਵਾਂਗੇ, ਤਾਂ ਕਿ ਆਉਣ ਵਾਲੀਆਂ ਨਸਲਾਂ ਨੇ, ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ, ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ, ਉਹ ਘੱਟੋ ਘੱਟ ਇਹ ਮਹਿਸੂਸ ਕਰਨ ਕਿ ਜੇ ਕਦੇ ਇਹ ਜ਼ਮੀਨਾਂ ਦੇ ਮਾਲਕ ਸਾਨੂੰ ਸ਼ਹੀਦ ਬੰਦਾ ਸਿੰਘ ਬਹਾਦਰ ਨੇ ਬਣਾਇਆ ਹੈ, ਤੇ ਉਸ ਤੋਂ ਬਾਅਦ ਆ ਘੱਟ ਨਹੀਂ ਰਹੇ, ਜਿਹੜੇ ਏਡੇ ਵੱਡੀ ਗਿਣਤੀ 'ਚ ਇਹਨਾਂ ਨੇ ਕੁਰਬਾਨੀਆਂ ਦੇ ਕੇ, ਜਿੱਦੇ ਗਵਾਚਣ ਲੱਗੀ ਸੀ, ਜਿੱਦੇ ਕੋਈ ਖੋਹਣ ਲੱਗਿਆ ਸੀ, ਉਹਦੇ ਇਹਨਾਂ ਸਾਡੇ ਬਜ਼ੁਰਗਾਂ ਨੇ ਜਾਨਾਂ ਵਾਰ ਕੇ, ਇਹਨਾਂ ਨੌਜਵਾਨਾਂ ਨੇ ਜਾਨਾਂ ਵਾਰ ਕੇ ਇਹ ਜ਼ਮੀਨ ਨੂੰ ਬਚਾਇਆ। ਤਾਂ ਇਹ ਮਤਲਬ ਇੱਕ ਲੋਕਾਂ ਲਈ ਯਾਦਗਾਰ ਬਣੀ। ਬਿਲਕੁਲ, ਬਹੁਤ ਕੀਮਤੀ ਗੱਲ ਕਹੀ ਹੈ, ਜਿਹੜੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜ਼ਾਰਿਆਂ ਤੋਂ ਜਿਹੜੇ ਲੋਕ ਉਸ ਵਕਤ ਉਹਨਾਂ ਕੋਲੇ ਜ਼ਮੀਨਾਂ ਦੇ ਮਾਲਕ ਨਹੀਂ ਸੀ ਉਹ, ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਬਖਸ਼ਿਸ਼ ਸਦਕਾ ਖਾਸ ਕਰਕੇ ਦੇਸ਼ ਪੰਜਾਬ ਦੇ ਜਿਹੜੇ ਕਿਸਾਨ ਆ, ਹਰਿਆਣਾ ਵੀ ਉਂਝ ਜ਼ਿਆਦਾ, ਹਿਮਾਚਲ ਵੀ ਸੀਗਾ, ਹੋਰ ਕਈ ਇਲਾਕੇ ਸੀ, ਉਹਨਾਂ ਨੂੰ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ। ਔਰ ਜਦੋਂ ਤੁਰੇ, ਬਹੁਤ ਸਾਰਾ ਕਾਫਲਾ ਜਿਹੜਾ ਦੁਆਬੇ ਦਾ ਤੁਰਿਆ ਜਾਂ ਇਸ ਇਲਾਕੇ 'ਚੋਂ ਤੁਰਿਆ, ਉਹ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਵੀ ਤੁਰਿਆ ਸੀ। ਔਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ, ਉਹ ਕਹਿੰਦੇ ਸੀ ਵਾਪਸ ਜਾਣਾ ਵੀ ਉੱਥੇ ਹੈ, ਕਿਉਂਕਿ ਜਦੋਂ ਇੱਥੋਂ ਗੁਰੂ ਭਲੀ ਕਰੇ ਜਲਦੀ ਇਹ ਮਸਲਾ ਹੱਲ ਹੋਵੇ, ਔਰ ਸ਼ਾਇਦ ਉਹਨਾਂ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਚਲੇ ਜਾਵਾਂਗੇ। ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ ਹੋਣੀ ਆ, ਉੱਥੇ ਜਾ ਕੇ ਕਹਿੰਦੇ ਮੱਥਾ ਟੇਕਾਂਗੇ। ਔਰ ਇਹ ਜਿਹੜੀ ਜਿੱਤ ਆ ਉੱਥੋਂ ਨਮਸਕਾਰ ਕਰਕੇ ਤੁਰੇ ਸੀ, ਔਰ ਉਹ ਜਿੱਤ ਵੀ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਰੱਖਣੀ ਆ। ਡੱਲੇਵਾਲ ਸਾਹਿਬ, ਜਾਣਾ ਪੰਜਾਬ ਨੂੰ, ਤੇ ਨਾਲ ਨਾਲ ਸਿਆਸੀ ਚਰਚਾ ਵੀ ਚੱਲ ਪਈ ਹੈਗੀ ਆ। ਕੋਈ ਆਂਦਾ ਵੀ ਫਲਾਣੇ ਲੀਡਰ ਨੇ ਸੀਐਮ ਬਣ ਜਾਣਾ, ਕੋਈ ਆਂਦਾ ਉਹਨੇ ਆਪ ਚਲੇ ਜਾਣਾ, ਅਕਾਲੀਆਂ ਚਲੇ ਜਾਣਾ। ਤੁਹਾਡੀ ਵੀ ਕੋਈ ਰਾਏ ਹੈਗੀ ਹੈ? ਤੁਹਾਡੇ ਨਾਲ ਬਹੁਤ ਲੱਖਾਂ ਦੀ ਗਿਣਤੀ 'ਚ ਕਿਸਾਨ ਜੁੜੇ ਹੋਏ ਆ। ਦੇਖੋ, ਸਾਡਾ ਇੱਕ ਵਿਸ਼ੇਸ਼ਤਾ ਹੀ ਇਹ ਹੈ ਕਿ ਸਾਡਾ ਸੰਗਠਨ ਬਿਲਕੁਲ ਨਾਨ ਪੋਲੀਟੀਕਲ ਹੈ। ਅਸੀਂ ਰਾਜਨੀਤੀ ਤੋਂ ਬਹੁਤ ਦੂਰ ਹਾਂ ਜੀ। ਬਿਲਕੁਲ ਰਾਜਨੀਤੀ ਨਾ ਕਰਨੀ ਹੈ, ਨਾ ਕਰਨੀ ਸੋਚੀ ਹੈ ਕਦੇ, ਨਾ ਕਰਾਂਗੇ। ਸਾਡਾ ਵਿਸ਼ਵਾਸ ਹੈ ਕਿ ਸਾਨੂੰ ਜੇ ਰਾਜਨੀਤੀ ਕਰਨ ਵਾਲੇ ਲੋਕਾਂ ਤੋਂ ਇਨਸਾਫ ਮਿਲਦਾ ਹੋਵੇ, ਫਿਰ ਆ ਇੱਥੇ ਸੜਕਾਂ 'ਤੇ ਬੈਠਣਾ ਹੀ ਨਾ ਪੈਂਦਾ। ਇਹ ਵੀ ਜਿਹੜੇ ਇੱਥੇ ਆਏ ਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ 'ਤੇ ਲੈ ਲਓ ਗੱਲ, ਇਹ ਆਪਣੇ ਆਪ 'ਚ ਕੋਈ ਦਿਨ ਸੀ ਜਿੱਦੇ ਇਹ ਕਹਿੰਦਾ ਸੀ ਵੀ ਅਸੀਂ ਕਿਸਾਨਾਂ ਦੀ ਪਾਰਟੀ ਹਾਂ, ਅਸੀਂ ਕਿਸਾਨਾਂ ਦੇ ਹਮਾਇਤੀ ਹਾਂ, ਅਸੀਂ ਕਿਸਾਨਾਂ ਦੇ ਪੈਰੋਕਾਰ ਹਾਂ, ਇਹ ਕਹਿੰਦੇ ਸੀ, ਹੈ ਨਾ। ਹੁਣ ਸਵਾਲ ਇਹ ਹੈ ਵੀ ਕਿਸਾਨਾਂ ਦੇ ਪਹਿਰੇਦਾਰ ਰਖਵਾਉਣ ਵਾਲਿਆਂ ਨੇ ਕੀ ਕਰਤਾ, ਤੇ ਕਿਸਾਨੀ ਨੇ ਜਿੱਦੇ ਆ ਕੇ ਸੜਕਾਂ 'ਤੇ ਬੈਠ ਗਏ, ਉਹਦੇ ਕੀ ਕਰਿਆ? ਉਹ ਪਹਿਰੇਦਾਰਾਂ ਨੇ ਤਾਂ ਕਾਨੂੰਨ ਬਣਵਾ ਕੇ ਜ਼ਮੀਨ ਨੂੰ ਹੜੱਪਣ ਦਾ ਰਾਹ ਖੋਲ੍ਹਤਾ। ਔਰ ਜਦੋਂ ਇਹਨਾਂ ਲੋਕਾਂ ਨੇ ਆ ਕੇ ਸੜਕਾਂ 'ਤੇ ਬੈਠ ਕੇ ਲਗਾਤਾਰ ਦਰੀ ਵਿਛਾ ਕੇ ਬਹਿ ਗਏ, ਤਾਂ ਉਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਵਾ ਗਏ ਤੇ ਜ਼ਮੀਨ ਬਚਾ ਗਏ। ਸੋ ਸਵਾਲ ਇਸ ਗੱਲ ਨੂੰ ਸਮਝਣ ਦੀ ਲੋੜ ਅੱਜ ਕਿ ਉੱਥੇ ਅੰਦਰ ਸਦਾ 'ਚ ਬਹਿ ਕੇ ਅਸੀਂ ਉਹ ਕੁਝ ਬਿਲਕੁਲ ਨਹੀਂ ਕਰ ਸਕਾਂਗੇ ਜਿਹੜਾ ਅਸੀਂ ਇੱਥੇ ਸੜਕਾਂ ਦੇ ਅੰਦਰ ਬਾਹਰ ਨਿਕਲ ਕੇ ਮੈਦਾਨ ਦੇ ਵਿੱਚ ਆ ਕੇ ਲੈ ਸਕਦੇ ਹਾਂ। ਤੋ ਇਹਦੇ ਲਈ ਸਾਡਾ ਇੱਕ ਨਿਸ਼ਾਨਾ ਹੈ ਕਿ BKU ਏਕਤਾ ਦੀ ਇੱਛਾ ਹੈ ਕਿ ਆਹਿਸਤਾ ਆਹਿਸਤਾ ਜਿਸ ਤਰ੍ਹਾਂ SKM ਬਣਿਆ ਹੈ, ਵਾਹਿਗੁਰੂ ਕਿਰਪਾ ਕਰੇ SKM ਮਜ਼ਬੂਤ ਰਹੇ, ਕਿਉਂਕਿ SKM ਵੀ ਨਾਨ ਪੋਲੀਟੀਕਲ ਵਿਚਾਰਧਾਰਾ 'ਚੋਂ ਪੈਦਾ ਹੋਇਆ ਹੈ। ਅਸੀਂ ਅੱਜ ਤੱਕ ਕਿਸੇ ਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ, ਕਿਸੇ ਪੋਲੀਟੀਕਲ ਬੰਦੇ ਨੂੰ। ਤੋ ਉਹ ਸਾਰੀਆਂ ਗੱਲਾਂ ਨੂੰ ਅਸੀਂ ਸੰਭਾਲਦੇ ਹੋਏ SKM ਨੂੰ ਇੱਕ ਵੱਡਾ ਪ੍ਰੈਸ਼ਰ ਗਰੁੱਪ ਬਣਾਈਏ। ਔਰ ਉਹ ਜਿਹੜਾ ਪ੍ਰੈਸ਼ਰ ਗਰੁੱਪ ਹੈ, ਜਦੋਂ ਪੂਰੇ ਦੇਸ਼ ਦੇ ਵਿੱਚੋਂ ਲੱਖਾਂ ਕਿਸਾਨਾਂ ਦੀ ਗਿਣਤੀ ਲੈ ਕੇ ਅਸੀਂ ਦਿੱਲੀ ਵੱਲ ਨੂੰ ਮਤਲਬ ਚੜ੍ਹਾਈ ਕਰੀਏ, ਤਾਂ ਸਾਡੇ ਤੁਰਨ ਤੋਂ ਪਹਿਲਾਂ ਸਰਕਾਰ ਇਹ ਐਲਾਨ ਕਰਨ ਲਈ ਮਜਬੂਰ ਹੋ ਜੇ ਕਿ ਅਸੀਂ WTO 'ਚੋਂ ਬਾਹਰ ਆਉਣੇ ਆ। ਔਰ ਇਹ ਕਰਨਾ ਸਾਡੇ ਲਈ ਜ਼ਰੂਰੀ ਹੈ। ਜਿੱਦੇ ਅਸੀਂ ਐਲਾਨ ਕਰੀਏ ਕਿ ਅਸੀਂ MSP ਦੀ ਲੜਾਈ, ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲੈਣ ਦੀ ਲੜਾਈ ਲੜਨ ਵਾਸਤੇ ਆ ਰਹੇ ਹਾਂ, ਸਾਡੇ ਤੁਰਨ ਤੋਂ ਪਹਿਲਾਂ ਸਰਕਾਰ ਅਨਾਉਂਸ ਕਰੇ ਕਿ ਅਸੀਂ ਤੁਹਾਨੂੰ MSP ਦਾ ਗਰੰਟੀ ਦਾ ਕਾਨੂੰਨ ਵੀ ਦਿੰਦੇ ਹਾਂ, ਔਰ ਅਸੀਂ ਤੁਹਾਡਾ ਸਵਾਮੀਨਾਥਨ ਦੀ ਰਿਪੋਰਟ ਵੀ ਦਿੰਦੇ ਹਾਂ। ਔਰ ਉਹ ਸਾਰੀਆਂ ਗੱਲਾਂ ਕਰਨ ਵਾਸਤੇ ਇੱਕ ਵੱਡਾ ਪ੍ਰੈਸ਼ਰ ਗਰੁੱਪ ਦੀ ਲੋੜ ਹੈ, ਔਰ ਉਸ ਪ੍ਰੈਸ਼ਰ ਗਰੁੱਪ ਦੇ ਉੱਤੇ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ। ਵਿਸ਼ਵਾਸ ਕਰਨ ਦੀ ਲੋੜ ਆ ਤੇ ਪ੍ਰੈਸ਼ਰ ਗਰੁੱਪ ਦੀ ਲੋੜ ਆ। ਦੋ ਗੱਲਾਂ ਪੂਰੀ ਦੀ ਪੂਰੀ ਆਪਣੀ ਚਰਚਾ ਦੇ ਵਿੱਚ ਵੀ, ਔਰ ਇੱਕ ਸਾਲ ਦੇ ਵਿੱਚ ਉਹ ਬੜੀਆਂ ਮਹੱਤਵਪੂਰਨ ਰਹੀਆਂ, ਔਰ ਵੈਸੇ ਇਤਿਹਾਸ 'ਚ ਆ ਭਰੋਸਾ ਤੇ ਵਿਸ਼ਵਾਸ। ਵਿਸ਼ਵਾਸ ਲੋਕਾਂ ਨੇ ਤੁਹਾਡੇ 'ਤੇ ਕੀਤਾ, ਔਰ ਜਾਨਾਂ ਵੀ ਗਈਆਂ, ਉਹ ਤਾਂ ਗਈਆਂ ਵੀ ਚਲੋ ਸਾਡੇ ਲੀਡਰ ਅੱਗੇ ਲੱਗੇ, ਔਰ ਕਈ ਲੀਡਰ ਥਿੜਕੇ ਵੀ, ਤੁਹਾਨੂੰ ਪਤਾ। ਤਾਂ ਤੁਸੀਂ ਗੱਲ ਜਿਹੜੀ ਕੀਤੀ ਵੀ ਸਿਆਸਤ 'ਚ ਅਸੀਂ ਜਿਹੜੇ BKU ਦਾ ਕੋਈ ਸਾਡਾ ਸਿਧਾਂਤ ਵੀ, ਸਿਆਸਤ ਖੁਦ ਨਹੀਂ ਕਰਨੀ, ਹਾਂ ਸਰਕਾਰ ਦੇ ਉੱਤੇ ਦਬਾਅ ਪਵਾ ਕੇ ਆਪਦੀਆਂ ਮੰਗਾਂ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਮਨਵਾਉਣੀਆਂ। ਬਹੁਤ ਸਾਰੇ ਲੀਡਰ ਹੋਰ ਵੀ ਗੱਲਾਂ ਕਰਦੇ ਸੀਗੇ, ਜਿੱਦਾਂ ਇੱਥੇ ਸਟੇਜ ਦੇ ਉੱਤੇ ਚੜ੍ਹਨ ਵਾਲੇ ਕੋਈ ਗਾਉਣ ਵਾਲੀ ਇੱਕ ਬੀਬੀ ਸੀ, ਉਹ ਬੜਾ ਆਂਦੀ ਹੁੰਦੀ ਸੀ ਮੈਂ ਤਾਂ ਨਹੀਂ ਜਾਂਦੀ, ਮੈਂ ਤਾਂ ਨਹੀਂ ਉਹਨਾਂ ਪਾਰਟੀਆਂ ਜਾਂਦੀ। ਤਾਂ ਕੱਲ੍ਹ ਨੂੰ ਕਿਤੇ ਤੁਹਾਡੇ ਬੰਦੇ ਜਾਂ, ਕਿਉਂਕਿ ਜਿੱਦਾਂ ਹੀ ਸੁਣ ਰਹੇ ਆ ਕਹਿੰਦੇ ਵੀ ਉਹਨਾਂ ਨੂੰ ਫਲਾਣੇ ਨੂੰ ਉਹ ਆਪ ਵਾਲੇ CM ਬਣਾਉਣ ਨੂੰ ਫਿਰਦੇ ਆ, ਤਾਂ ਕੀ ਜੇ ਇਹ ਬੱਤੀ
ਪੰਜਾਬ ਦੇ ਜਿਹੜੇ 32 ਤੁਹਾਡੇ ਵਰਗੇ ਆ, ਚਲੋ ਬੇਸ਼ੱਕ ਤੁਸੀਂ ਤੁਹਾਡੇ ਨਾਲ ਵੱਧ ਹੋਣ ਲੋਕ ਜਾਂ ਘੱਟ ਹੋਣ, ਪਰ ਉਹਨਾਂ ਨਾਲ ਵੀ ਲੋਕ ਜੁੜੇ ਆ ਤੇ ਤੁਸੀਂ ਹੁਣ ਸਾਰੇ ਇੱਕ ਹੋ ਗਏ ਹੋ। ਜੇ ਉਹਨਾਂ 'ਚੋਂ ਕੋਈ ਸਿਆਸਤ ਜਾਂਦਾ ਤੇ ਕਿੱਡੀ ਕੁ ਸ਼ਾਬਾਸ਼ੀ ਵਾਲੀ ਗੱਲ ਆ, ਜਾਂ ਉਹ ਤੁਹਾਡੇ ਤੇ ਵਿਸ਼ਵਾਸ ਲੋਕਾਂ ਨੇ ਕੀਤਾ ਇੱਥੇ ਆ ਗਏ। 2018 ਦੇ ਵਿੱਚ ਤੁਸੀਂ ਸਵਾਮੀਨਾਥਨ ਰਿਪੋਰਟ ਵਾਸਤੇ ਮੋਰਚਾ ਲਾਇਆ ਸੀ ਚੰਡੀਗੜ੍ਹ, ਯਾਦ ਹੈ ਜੀ? ਭੁੱਖ ਹੜਤਾਲ ਤੇ ਬੈਠੇ ਸੀਗੇ। ਸਰਕਾਰ ਨੇ ਤੁਹਾਨੂੰ ਲਿਖਤੀ ਤੱਕ ਵੀ ਦੇਣ ਵਾਲੀ ਗੱਲ ਕੀਤੀ ਸੀ ਵੀ ਅਸੀਂ ਰਿਪੋਰਟ ਲਾਗੀ ਕਰਾਂਗੇ ਜੀ, ਇੱਕ ਵਾਰੀ ਉੱਠ ਪਓ। ਤੁਸੀਂ ਉੱਠ ਪਏ, ਵਿਸ਼ਵਾਸ ਤੋੜਤਾ, ਭਰੋਸਾ ਟੁੱਟਾ। ਔਰ ਇਹ ਗੱਲ ਕਹਿ ਕੇ ਆਏ ਸਿਆਸੀ ਲੋਕਾਂ ਨੂੰ ਸਟੇਜ ਤੇ ਨਹੀਂ ਚੜਾਉਣਾ। ਜੇ ਆਪ ਇਹਨਾਂ 'ਚੋਂ ਜਾ ਕੇ ਅੱਧੇ ਕਾਲੇ ਹੁਣ ਵੀ ਛੇਤੀ ਜਾ ਕੇ ਚੋਣਾਂ ਲੜੀਏ ਤੇ ਫਿਰ ਇਹਨਾਂ ਤੋਂ ਵੱਡਾ ਵਿਸ਼ਵਾਸਘਾਤ ਕਿਹਨੇ ਕੀਤਾ? ਦੇਖੋ ਗੱਲ ਇਹ ਹੈ, ਇਹ ਅੱਜ ਜਿਹੇ ਜਿਹੀਆਂ ਗੱਲਾਂ ਲੋਕਾਂ ਤੋਂ ਸੁਣ ਰਹੇ ਆ, ਪਤਾ ਨਹੀਂ ਕਿਉਂ ਆ ਰਹੀਆਂ ਬਈ। ਬਹੁਤ ਸਾਰੇ ਮੈਨੂੰ ਵੀ ਮਿਲਦੇ ਆ, ਪ੍ਰਧਾਨ ਜੀ ਲੋਕ ਚਾਹੁੰਦੇ ਨੇ, ਪਬਲਿਕ ਚਾਹੁੰਦੀ ਹੈ, ਅੱਜ ਸਮਾਂ ਹੈ, ਅੱਜ ਬਦਲੋ, ਅੱਜ ਨਵਾਂ ਬਦਲਾਅ ਲਿਆਉਣ ਦੀ ਲੋੜ ਹੈ, ਜਿਹੀਆਂ ਗੱਲਾਂ ਆਉਂਦੀਆਂ ਨੇ। ਪਰ ਉਹਨਾਂ ਦੇ ਵਿੱਚ ਕਈ ਲੀਡਰ ਆ ਵੀ ਜਾਂਦੇ ਨੇ ਵੀ ਹੋ ਸਕਦਾ ਸੱਚੀਓ ਇਹ ਗੱਲ ਠੀਕ ਹੀ ਹੋਵੇ। ਪਰ ਚਲੋ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਐਸਕੇਐਮ ਚੋਂ ਬਾਹਰ ਜਾ ਕੇ ਜੋ ਵੀ ਲੀਡਰ ਲੜਨਾ ਚਾਹੁੰਦਾ ਇਲੈਕਸ਼ਨ ਲੜ ਲੇ। ਅਗਰ ਕਿਸਾਨਾਂ ਦੀ ਸਰਕਾਰ ਬਣ ਜਾਏਗੀ ਤਾਂ ਸਾਡੇ ਲਈ ਤਾਂ ਕੋਈ ਮਾੜੀ ਨਹੀਂ ਹੈ, ਲੇਕਿਨ ਸਾਡੇ ਲਈ ਇੱਕ ਸਮੱਸਿਆ ਜ਼ਰੂਰ ਬਣੇਗੀ। ਔਰ ਉਹਦੇ ਤੋਂ ਅਸੀਂ ਪਹਿਲਾਂ ਹੀ ਸਾਡੀ ਲੀਡਰਸ਼ਿਪ ਹੈ ਜਿਹੜੀ ਮਤਲਬ ਵੋਟਾਂ 'ਚ ਭਾਗ ਲੈਣ ਨੂੰ ਚਾਹੁੰਦੀ ਹੈ, ਉਹਨੂੰ ਅਸੀਂ ਨਿਵੇਦਨ ਕਰਾਂਗੇ, ਰਿਕੁਐਸਟ ਹੈ ਸਾਡੀ ਕਿ ਭਾਈ ਲੋਕਾਂ ਨੂੰ ਆਪਾਂ ਉਹਨਾਂ ਦੇ ਮਸਲਿਆਂ ਦਾ ਹੱਲ ਲਈ ਮੰਗ ਪੱਤਰ ਦਿੰਦੇ ਰਹੇ ਸਰਕਾਰ ਨੂੰ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰੋ। ਅਸੀਂ ਇਹ ਵੀ ਕਹਿੰਦੇ ਰਹੇ ਹਾਂ ਕਿ ਜਿਹੜੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਹੈ, ਜੇ ਭਾਰਤ ਸਰਕਾਰ ਲਾਗੂ ਨਹੀਂ ਕਰਦੀ ਤਾਂ ਪੰਜਾਬ ਗਵਰਨਮੈਂਟ ਬੋਨਸ ਦੇ ਰੂਪ ਦੇ ਵਿੱਚ ਘਾਟਾ ਪੂਰਾ ਕਰੇ। ਇਹ ਵੀ ਅਸੀਂ ਕਹਿੰਦੇ ਰਹੇ, ਮੰਗ ਪੱਤਰ ਪਏ ਨੇ ਸਾਡੇ ਸਰਕਾਰ ਕੋਲੇ। ਤਾਂ ਫਿਰ ਉਹ ਜਦੋਂ ਆਪਾਂ ਉਸ ਗੱਦੀ ਤੇ ਜਾ ਕੇ ਬੈਠਾਂਗੇ ਤਾਂ ਕਿਸਾਨਾਂ ਦੀ ਮੰਗ ਤਾਂ ਫਿਰ ਉਹ ਖੜੀ ਹੈ ਮੂਹਰੇ। ਕਰਜ਼ਾ ਵੀ ਮਾਫ ਕਰਨਾ ਹੈ, ਕਿਸਾਨਾਂ ਨੂੰ ਭਾਅ ਵੀ ਦੇਣਾ ਹੈ, ਕਿਸਾਨਾਂ ਦੀਆਂ ਹੋਰ ਬੜੀਆਂ ਮੁਸ਼ਕਿਲਾਂ ਨੇ, ਬੜੀਆਂ ਸਮੱਸਿਆਵਾਂ ਨੇ। ਕਿਸਾਨਾਂ ਦਾ ਪਾਣੀ ਥੱਲੇ ਨੂੰ ਜਾ ਰਿਹਾ, ਇਹਨੂੰ ਕਿਵੇਂ ਬਚਾਉਣਾ ਹੈ, ਕਿਸਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿਰ ਕਰਜ਼ਾ ਨਾ ਜਿਹੜੇ ਤੋਂ ਕਿਵੇਂ ਬਚਾਉਣਾ, ਬੜੀਆਂ ਸਮੱਸਿਆਵਾਂ ਨੇ। ਉਹਦੇ 'ਚੋਂ ਕੱਢਣਾ ਜਿਹੜਾ ਉਹ ਸਾਡੀ ਜ਼ਿੰਮੇਵਾਰੀ ਬਣੇਗੀ। ਜੇ ਅਸੀਂ ਕਿਤੇ ਉਹ ਨਾ ਪੂਰੀ ਕਰ ਸਕੇ ਤਾਂ ਫਿਰ ਸਾਡੇ ਵਰਗੇ ਬੰਦਿਆਂ ਨੂੰ ਦੇਖੋ, ਅੱਜ ਅਸੀਂ ਅਕਾਲੀਆਂ ਦੀ ਸਰਕਾਰ ਆਈ ਤਾਂ ਵੀ ਧਰਨੇ ਦਿੱਤੇ, ਕਾਂਗਰਸ ਦੀ ਆਈ ਤਾਂ ਵੀ ਧਰਨੇ ਦਿੱਤੇ, ਹੋਰ ਕੋਈ ਦੂਜੀ ਤੀਜੀ ਆਵੇ ਤਾਂ ਵੀ ਧਰਨੇ। ਤਾਂ ਸਾਡੇ ਲਈ ਇੱਕ ਸਵਾਲੀਆ ਚਿੰਨ੍ਹ ਲੱਗੇਗਾ ਕਿ ਭਾਈ ਅੱਜ ਕਿਸਾਨਾਂ ਦੀ ਸਰਕਾਰ ਆ, ਜਿਹਨਾਂ ਤੋਂ ਕਰਵਾਓ। ਤਾਂ ਉਹ ਹਾਲਾਤ ਨਾ ਪੈਦਾ ਹੋਣ ਕਿ ਸਾਡੇ ਵਰਗੇ ਲੋਕਾਂ ਨੂੰ ਆਪਦੇ ਹੀ ਕਿਸਾਨਾਂ ਦੀ ਸਰਕਾਰ ਦੇ ਖਿਲਾਫ ਧਰਨਾ ਦੇ ਕੇ ਬੈਠਣਾ ਪਵੇ। ਉਹ ਹਾਲਾਤ ਨਾ ਪੈਦਾ ਹੋਣ ਤਾਂ ਚੰਗੀ ਗੱਲ ਹੈ। ਔਰ ਇਹ ਚੁਣੌਤੀਆਂ ਹੋਣਗੀਆਂ ਮੂਹਰੇ ਮਤਲਬ ਸਰਕਾਰ ਦੇ। ਜਿਵੇਂ ਤੁਸੀਂ ਕਿਹਾ ਵੀ ਤੁਹਾਨੂੰ ਕੁਝ ਲੋਕਾਂ ਦੇ ਵੀ ਬਦਲਾਓ ਲੋਕ ਚਾਹੁੰਦੇ ਆ ਜੀ, ਜਿਸ ਤਰ੍ਹਾਂ ਕੇਜਰੀਵਾਲ ਦੀ ਸਰਕਾਰ ਵੀ ਤਾਂ ਇੱਕ ਜਿਹੜਾ ਕਿ ਮੋਰਚੇ ਤੋਂ ਹੀ ਬਣੀ ਹੈ ਨਾ, ਅੰਨਾ ਹਜ਼ਾਰਾ ਸਾਈਡ ਤੇ ਹੋ ਗਏ ਕੇਜਰੀਵਾਲ ਦਾ, ਜਿੱਦਾਂ ਕਹਿੰਦੇ ਵੀ ਟੁੱਲ ਲੱਗ ਗਿਆ। ਤੇ ਜੇ ਕੋਈ ਪੰਜਾਬ ਦੇ ਵਿੱਚੋਂ ਲੋਕ, ਹੁਣ ਇੱਥੇ ਵੀ ਤਾਂ ਉਹੀ ਲੋਕ ਆਏ ਹੈਗੇ ਆ, ਜੇ ਤਾਕਤ ਹੈਗੀ ਸਿਆਸਤ ਕੋਲੇ, ਸਰਕਾਰਾਂ ਕੋਲੇ, ਤੇ ਉਹ ਲੋਕ ਬਣਾਉਂਦੇ ਆ, ਕੀ ਜਾਪਦਾ ਜਿਸ ਤਰ੍ਹਾਂ ਚੜੂਨੀ ਸਾਹਿਬ ਪੰਜਾਬ ਦੇ ਵਿੱਚੋਂ ਟੋਂਦੇ ਫਿਰਦੇ ਵੀ ਜੇ ਕਿਤੇ ਗੱਲ ਬਣ ਜੇ ਤੇ ਤੁਸੀਂ ਕਿਤੇ ਨਾ ਕਿਤੇ ਇਹਨਾਂ ਦੀ ਮਦਦ ਕਰ ਸਕਦੇ ਹੋ, ਸਿੱਧੇ ਨਹੀਂ ਤੇ ਸਿੱਧੇ ਤੌਰ ਤੇ ਕੋਈ ਵੋਟ ਤਾਂ ਤੁਹਾਡੀ ਵੀ ਬਣੀ ਹੈ, ਤੁਹਾਡੀ ਪਾਰਟੀ ਨਾਲ ਲੱਖਾਂ ਲੋਕ ਜੁੜੇ ਆ, ਤੁਹਾਡੇ ਕੀ ਕੋਈ ਚੱਲ ਰਹੀ ਹੈ ਪਲੈਨਿੰਗ? ਨਹੀਂ, ਸਾਡਾ ਅਸੀਂ ਚੋਣਾਂ ਦੇ ਮਾਮਲੇ 'ਚ ਅੱਜ ਤੱਕ ਜੀ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕਦੇ ਕੋਈ ਨਾ ਅਸੀਂ ਹਮਾਇਤ ਕੀਤੀ ਹੈ, ਨਾ ਕਿਸੇ ਦਾ ਵਿਰੋਧ ਕਰਦੇ ਹਾਂ। ਔਰ ਕਿਉਂਕਿ ਸਾਡੇ ਕੈਡਰ ਦੇ ਵਿੱਚ ਹਰ ਵਿਚਾਰ ਦੇ ਮਤਲਬ ਲੋਕ ਬੈਠੇ ਨੇ, ਅਕਾਲੀ ਵੀ ਬੈਠੇ, ਕਾਂਗਰਸੀ ਵੀ ਬੈਠੇ। ਅਸੀਂ ਆਪਦੇ ਮਤਲਬ ਕੈਡਰ ਨੂੰ ਖੁੱਲ੍ਹਾ ਛੱਡਦੇ ਹਾਂ ਕਿ ਜਿਹਨੂੰ ਮਰਜ਼ੀ ਭਾਈ ਪਾਉਣਾ ਪਾ ਲਓ, ਨਹੀਂ ਪਾਉਣੀ ਨਾ ਪਾਓ। ਅਸੀਂ ਤਾਂ ਈਵਨ ਕਿ ਮੈਂ ਤਾਂ ਵੋਟ ਪਾਉਣ ਤੱਕ ਵੀ ਨਹੀਂ ਮਤਲਬ ਸਹਿਮਤ। ਮੈਂ ਤਾਂ ਆਪਦੇ ਮਤਲਬ ਵਾਈਫ ਨੂੰ ਅੱਜ ਤੱਕ ਵੋਟ ਪਾਉਣ ਨੂੰ ਨਹੀਂ ਕਿਹਾ ਵੀ ਵੋਟ ਕਿਹਨੂੰ ਪਾਉਣੀ ਹੈ ਤੂੰ, ਅਤੇ ਮੈਂ ਆਪਦੀ ਮਤਲਬ ਕਿਸੇ ਨੂੰ ਮੈਂ ਕੀ ਕਹਿਣਾ। ਸੋ ਸਾਡੀ ਜਥੇਬੰਦੀ ਦਾ ਇੱਕ ਫੈਸਲਾ ਹੈ, ਅਸੀਂ ਨਹੀਂ ਇਹ ਮਤਲਬ ਕਵਾਂਗੇ ਕਿਸੇ ਨੂੰ, ਨਾ ਅਸੀਂ ਕਿਸੇ ਦੀ ਸਪੋਰਟ ਕਰਾਂਗੇ। ਤਾਂ ਇਹਨੇ ਜਗਜੀਤ ਸਿੰਘ ਡੱਲੇਵਾਲ, ਇਹਨਾਂ ਦੇ ਨਾ ਇੱਕ ਇੱਧਰ ਬੋਰਡ ਲੱਗਿਆ ਹੋਇਆ, ਉਧਰ ਨੂੰ ਕੈਮਰਾ ਘੁਮਾ ਦਿਓ। ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਔਰ ਥੱਲੇ ਤਸਵੀਰ ਇਹਨਾਂ ਦੇ ਜਿਹੜਾ ਕਿ ਪਾਰਟੀ ਪ੍ਰਧਾਨ ਜਿਹੜੇ ਸਵਰਗਵਾਸ ਨੇ ਪਿਸ਼ੌਰਾ ਸਿੰਘ ਜੀ, ਉਹਨਾਂ ਦੀ ਵੀ ਲੱਗੀ ਹੋਈ ਆ। ਤਾਂ ਮੈਨੂੰ ਠੀਕ ਹੈ ਲੱਗਦੀ ਵੀ ਗੱਲ ਇਹਨਾਂ ਨੇ ਕਹੀ ਆ ਤਾਂ ਇਹਨਾਂ 'ਤੇ ਖੜੋਣਗੇ ਵੀ, ਪਰ ਇਹ ਵੀ ਨਾਲ ਜਿੱਦਾਂ ਹੁਣ ਚੱਲ ਰਹੀ ਆ ਗੱਲਬਾਤ, 32 ਪੰਜਾਬ ਦੇ ਲੀਡਰ, ਉਹ 32 ਦੇ ਵਿੱਚੋਂ ਲਗਭਗ 15 ਜਿਹੜੇ ਆ ਉਹ MP MLA ਦੀ ਵਾਲੀ ਜਿਹੜੀ ਫੀਲਿੰਗ ਹੈਗੀ ਆ ਉਹ ਚੱਕੀ ਫਿਰਦੇ ਆ। ਤੇ ਇਹ ਚਲੋ ਲੜ ਸਕਦਾ, ਕਿਸੇ ਦੇ ਕੋਲ ਵੀ ਉਹਨੂੰ ਆਜ਼ਾਦੀ ਹੈ ਚੋਣ ਲੜਨ ਦੀ, ਔਰ ਜੇ ਉਹ ਚੋਣ ਦਾ ਮਤਦਾਨ ਕਰਦਾ ਤੇ ਲੜ ਵੀ ਸਕਦਾ। ਪਰ ਇਹ ਕਹਿੰਦੇ ਵੀ ਸਾਡੀ ਪਾਰਟੀ ਦਾ ਸਪਸ਼ਟ ਆ ਭਾਈ, ਅਸੀਂ ਮੰਗ ਪੱਤਰ ਦਿੰਦੇ ਰਹੇ ਹਾਂ, ਜੇ ਇਹਨਾਂ 'ਚੋਂ ਕੋਈ ਲੜ ਕੇ ਜਿੱਤ ਜੂਗਾ, ਹਾਰ ਜੂਗਾ, ਮੁੜ ਕੇ ਇਹਨਾਂ ਨੂੰ ਕਿਹੜੇ ਮੂੰਹ ਨਾਲ ਜਾਇਆ ਕਰਾਂਗੇ, ਔਰ ਉਹ ਕਿਹੜੇ ਮੂੰਹ ਨਾਲ ਕਹਿਣਗੇ ਵੀ ਅੱਛਾ ਆਹ ਫਲਾਣੀ ਪਾਰਟੀ ਜਿੱਤ ਕੇ ਇੱਥੇ ਬੈਠੀ ਹੈ ਤੇ ਇਹ ਆ ਗਏ। ਖੈਰ, ਮੋਰਚੇ ਦੇ ਬਾਰੇ ਅਸੀਂ ਗੱਲਾਂ ਬਾਤਾਂ ਕੀਤੀਆਂ। 1 ਸਾਲ ਤੋਂ ਅਸੀਂ ਇਹਨਾਂ ਬਾਰਡਰਾਂ ਦੇ ਉੱਤੇ ਡਟੇ ਹੋਏ ਹਾਂ, ਔਰ ਜਿਹੜੇ ਆਰਜੀ ਤੌਰ ਤੇ ਬਣਾਏ ਹੋਏ ਘਰ, ਇਹ ਵੀ ਇਤਿਹਾਸ ਬਣ ਗਏ, ਇਹ ਸੜਕਾਂ ਇਤਿਹਾਸ ਬਣ ਗਈਆਂ, ਇਹ ਨੈਸ਼ਨਲ ਹਾਈਵੇ ਇਤਿਹਾਸ ਬਣ ਗਿਆ। ਔਰ ਸਭ ਤੋਂ ਜਿਹੜੀ ਸੋਹਣੀ ਗੱਲ ਮੈਨੂੰ ਜਗਜੀਤ ਸਿੰਘ ਡੱਲੇਵਾਲ ਨਾਲ ਕਰਦੀ
ਕਰਦਿਆਂ ਲੱਗੀ ਵੀ ਇੱਥੇ ਯਾਦਗਾਰ ਬਣਾ ਕੇ ਜਾਵਾਂਗੇ। ਇੱਕ ਅਜਿਹੀ ਯਾਦਗਾਰ ਕੋਸ਼ਿਸ਼ ਹੋ ਸਕੀ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਜਿੱਥੇ ਕਿ ਸਿੱਖੀ ਦਾ ਸਿਧਾਂਤ ਆ, ਸਿੱਖ ਕਿਸਾਨੀ ਜਿਹੜੀ ਆ ਉਹ ਕਿਸਾਨ ਮੋਰਚੇ ਦੀ ਰੀੜ੍ਹ ਦੀ ਹੱਡੀ ਰਹੀ ਆ। ਪਹਿਲੀ 26 ਨਵੰਬਰ ਦੀ ਰਾਤ ਤੋਂ ਲੈ ਕੇ ਅੱਜ 5 ਦਸੰਬਰ ਦੀ 6 ਦਸੰਬਰ ਦੀ ਰਾਤ 2021 ਇੱਕ ਸਾਲ ਤੇ ਜਿਹੜੇ 8-9 ਦਿਨ ਬਣਦੇ ਆ ਲਗਾਤਾਰ ਗੁਰੂ ਕੇ ਲੰਗਰਾਂ ਦੇ ਅਟੁੱਟ ਭੰਡਾਰੇ ਜਿਹੜਾ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਸਾਨੂੰ ਸਿੱਖੀ ਨੇ ਸਿਖਾਇਆ ਉਹ ਚੱਲਦੇ ਤੇ ਕੋਈ ਯਾਦਗਾਰ ਵੀ ਅਜਿਹੀ ਹੋਵੇ। ਇਹ ਇਲਾਕੇ ਦੇ ਲੋਕ ਜਿਹੜੇ ਪਹਿਲਾਂ ਕੋਈ ਭੁੱਖੇ ਸੌਂਦੇ ਸੀ, ਕੋਈ ਘੱਟ ਖਾਂਦੇ ਸੀ, ਕਈਆਂ ਦੇ ਨਿਆਣੇ ਹੀ ਤੇੜੋਂ ਨੰਗੇ ਸੀ, ਪਰ ਇੱਥੇ ਐਸੀ ਮਹਾਰਾਜ ਦੀ ਬਖਸ਼ਿਸ਼ ਹੋਈ NRI ਸੱਜਣਾ ਨੇ ਸਾਡੇ ਘਰਾਂ 'ਚ ਬੈਠੇ ਤਾਂ ਲੋਕ ਮੂੰਗਫਲੀਆਂ ਖਾਂਦੇ ਸੀ, ਇੱਥੇ ਬੈਠੇ ਬਦਾਮ ਖਾਂਦੇ ਸੀ। ਹੁਣ ਸਰਕਾਰ ਆਂਦੀ ਵੀ ਇਹਨਾਂ ਨੂੰ NRI ਫੰਡਿੰਗ ਹੁੰਦੀ ਹੋਵੇ ਕਿਉਂ ਨਾ, ਸਾਡੇ ਪਰਿਵਾਰ ਬੈਠੇ ਆ, ਸਾਡੇ ਬੱਚੇ ਪੜ੍ਹਨ ਗਏ ਆ, ਸਾਡੇ ਬਜ਼ੁਰਗ ਗਏ ਆ, ਉਹ ਭੇਜਣ ਕਿਉਂ ਨਾ। ਔਰ ਇਹ ਇੱਕ ਯਾਦਗਾਰ ਵੀ ਐਸੀ ਬਣੇ ਵੀ ਉਹਨਾਂ 'ਚੋਂ ਇਹ ਕਿਸਾਨ ਸੰਘਰਸ਼ ਦੀ ਝਲਕ ਜਿਹੜੀ ਉਹ ਸਦੀਵੀ ਝਲਕਦੀ ਰਵੇ। ਜਦੋਂ ਲੋਕ ਦਿੱਲੀ ਨੂੰ ਆਉਣ ਕਿਆ ਕਰਨਾ ਯਾਰ ਉਹ ਯਾਦਗਾਰ 'ਚ ਰੁਕਣਾ ਜਦੋਂ ਕਿਸਾਨ ਮੋਰਚਾ ਜਿੱਤਿਆ ਸੀ ਅਸੀਂ, ਤਾਂ ਅਜਿਹੀ ਯਾਦਗਾਰ ਹੋਊਗੀ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਦੇਖਣਗੀਆਂ। ਅਸੀਂ ਵੀ ਜਦੋਂ ਅੱਗੇ ਚਲੇ ਜਾਵਾਂਗੇ ਜ਼ਿੰਦਗੀ ਦੇ ਵਿੱਚ ਕਿਤੇ ਯਾਦ ਕਰਿਆ ਕਰਾਂਗੇ ਵੀ ਉੱਥੇ ਅਸੀਂ ਖਬਰਾਂ ਕੀਤੀਆਂ ਸੀ ਇਹਨਾਂ ਛੰਨਾਂ ਦੇ ਵਿੱਚ ਬਹਿ ਕੇ, ਇਹਨਾਂ ਝੋਪੜੀਆਂ 'ਚ ਬਹਿ ਕੇ, ਇਹਨਾਂ ਸੜਕਾਂ ਦੇ ਉੱਤੇ ਬਹਿ ਕੇ। ਬਹੁਤ ਬਹੁਤ ਸ਼ੁਕਰੀਆ ਡਲੇਵਾਲ ਸਾਹਿਬ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।